स्वागत। मैं हरजिंदर सिंह रंधावा, तुम देख रहे हो पंजाब टेलीविजन और मेरे नाल ने दो वड्डियां हस्तियां प्रोफैसर जमशीद अली खान, साबका डीन पंजाबी यूनिवर्सिटी पटियाला ते पंजाबी यूनिवर्सिटी पटियाला तो ही दूजे प्रोफैसर डॉक्टर बलकार सिंह, जिहड़े कि अजकल उत्थे ही वर्ल्ड पंजाबी सेंटर के डायरैक्टर ने। दोनों नूं जी आया आखदा। सत श्री अकाल जी। ठीक, सत श्री अकाल। बड़ा वड्डा मसला पैदा हो गया, नीली कालियां ने मल ली ते चिट्टी कांग्रेसियां दे हिस्से आ गई। ਹੁਣ ਆਮ ਆਦਮੀ ਪਾਰਟੀ ਵਾਲੇ ਸਰੋਂ ਫੁੱਲੀ ਮੱਲ ਕੇ ਬਹਿ ਗਏ। ਅਸੀਂ ਕਿੱਥੇ ਜਾਈਏ, ਕਿਹੜੀ ਪੱਗ ਬੰਨੀਏ, ਜਿਹੜੀ ਬੰਨੀਏ ਲੋਕ ਹਾਸਾ ਠੱਠਾ ਕਰਨ ਲੱਗ ਪੈਂਦੇ ਆ ਕਿ ਇਹ ਤਾਂ ਉਹਨਾਂ ਵੱਲ ਦੇ ਹੋ ਗਏ, ਬਦਲ ਗਏ, ਮੌਕਾ ਪ੍ਰਸਤ ਨੇ। ਚਲੋ ਇਹ ਸਵਾਲ ਚੱਲਦੇ ਰਹਿਣਗੇ, ਲੇਕਿਨ ਇਸ ਤੋਂ ਵੀ ਵੱਡਾ ਸਵਾਲ ਆ ਕਿ ਹਨੇਰੀ ਸੀ ਸਥਾਪਤੀ ਦੇ ਖਿਲਾਫ, ਲੇਕਿਨ ਸਥਾਪਤੀ ਫਿਲਹਾਲ ਜਿਹੜੀ ਸੱਤਾ ਦੀ ਧਿਰ ਸੀ ਉਹ ਸੀ ਕਾਂਗਰਸ, ਉਹ ਤਾਂ ਫੇਰ ਵੀ ਇੱਜ਼ਤ ਬਚਾ ਗਏ। ਲੇਕਿਨ 5 ਸਾਲ ਸੱਤਾ ਤੋਂ ਬਾਹਰ ਰਹਿਣ ਦੇ ਬਾਵਜੂਦ ਅਕਾਲੀ ਦਲ ਹਾਸ਼ੀਏ ਤੇ ਚਲੇ ਗਿਆ। ਸੀਟਾਂ ਦੇ ਲਿਹਾਜ਼ ਨਾਲ, ਪਰਫਾਰਮੈਂਸ ਦੇ ਲਿਹਾਜ਼ ਨਾਲ ਅਕਾਲੀ ਦਲ ਨੂੰ ਵੱਡੀ ਸੱਟ ਵੱਜੀ ਆ। ਹਾਲਾਂਕਿ ਅਕਾਲੀ ਦਲ ਕਦੇ ਵੀ ਇਤਿਹਾਸਕ ਤੌਰ ਤੇ ਇੰਨਾ ਨੀਵਾਂ ਨਹੀਂ ਗਿਆ। ਮੈਂ ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਪ੍ਰੋਫੈਸਰ ਜਮਸ਼ੀਦ ਅਲੀ ਖਾਨ ਔਰ ਡਾਕਟਰ ਬਲਕਾਰ ਸਿੰਘ ਤੋਂ। ਖਾਨ ਸਾਹਿਬ ਨੇ ਤਾ ਉਮਰ ਅਕਾਲੀ ਪੋਲਿਟਿਕਸ ਉੱਤੇ ਲਿਖਿਆ, ਪੜਾਇਆ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਨੇੜਿਓਂ ਜੀਵਿਆ। ਦੂਜੀ ਗੱਲ, ਡਾਕਟਰ ਬਲਕਾਰ ਸਿੰਘ ਉਹਨਾਂ ਨੇ ਅਕਾਲੀ ਸਭਾ 'ਚ ਵਿਚਰਦਿਆਂ ਅਕਾਲੀ ਪੋਲਿਟਿਕਸ ਨੂੰ ਮਾਣਿਆ। ਟੋੜਾ ਸਾਹਿਬ ਦੇ ਸੰਗੀ ਸਾਥੀ ਨੇ। ਔਰ ਜੇਕਰ ਮੈਂ ਇਹ ਗੱਲ ਕਹਾਂ ਕਿ ਇਹਨਾਂ ਦੋਨਾਂ ਤੋਂ ਵੱਧ ਅਕਾਲੀ ਪੋਲਿਟਿਕਸ ਨੂੰ ਕੋਈ ਨਹੀਂ ਜਾਣਦਾ ਤਾਂ ਅੱਤ ਕਥਨੀ ਨਹੀਂ ਹੋਊਗੀ। ਸਮਝਣ ਦੀ ਕੋਸ਼ਿਸ਼ ਕਰਾਂਗੇ ਪ੍ਰੋਫੈਸਰ ਜਮਸ਼ੀਦ ਅਲੀ ਖਾਨ ਕਿ ਅਕਾਲੀ ਜਿੱਥੇ ਖੜ ਕੇ ਜਾ ਕੇ ਕਿਹੜੇ ਕਾਰਕ ਨੇ ਜਿਨ੍ਹਾਂ ਨੇ ਉਹਨਾਂ ਨੂੰ ਉੱਥੇ ਪਹੁੰਚਾਤਾ। ਦੂਜੀ ਗੱਲ, 5 ਸਾਲ ਦੇ ਗੈਪ ਤੋਂ ਬਾਅਦ ਵੀ ਉਹ ਸੰਭਲ ਕਿਉਂ ਨਾ ਸਕੇ। ਤੀਜੀ ਗੱਲ, ਇੱਥੋਂ ਉਹਨਾਂ ਲਈ ਅੱਗੇ ਦਾ ਰਸਤਾ ਕਿਵੇਂ ਦਾ। ਅਤ ਅਹਿਮ ਆ ਖੇਤਰੀ ਪਾਰਟੀ ਦਾ ਜਿਉਂਦੇ ਜਾਗਦੇ ਰਹਿਣਾ, ਪਰ ਇਹ ਕਿਸੇ ਹੋਰ ਸ਼ੇਪ ਚ ਆਊਗੀ, ਲੀਡਰਸ਼ਿਪ ਤਬਦੀਲ ਹੋਊਗੀ, ਬਾਦਲਕਿਆਂ ਦਾ ਗਲਬਾ ਮੁੱਕ ਜਾਊਗਾ। ਹੁਣ ਇਹਨੂੰ ਕਿਵੇਂ ਵੇਖਦੇ ਹੋ? ਇਤਿਹਾਸਕ ਹਵਾਲਿਆਂ ਦੇ ਨਾਲ ਮੈਨੂੰ ਦੱਸਿਓ, ਇਹ ਪਰਫਾਰਮੈਂਸ ਨੂੰ ਕਿਵੇਂ ਅੰਕੀ ਹੈ? ਰੰਧਾਵਾ ਸਾਹਿਬ, ਪਹਿਲਾਂ ਵੀ ਆਪਣੀ ਕੱਲ ਗੱਲ ਹੋਈ ਸੀ ਕਿ ਅਕਾਲੀ ਦਲ ਦੀ ਜਿਹੜੀ ਇਹਨਾਂ ਇਲੈਕਸ਼ਨਸ ਦੇ ਵਿੱਚ ਪਰਫਾਰਮੈਂਸ ਹੈ ਉਹ ਸਭ ਤੋਂ ਮਾੜੀ ਅੱਜ ਤੱਕ ਦੀ ਪਰਫਾਰਮੈਂਸ ਹੈ। ਅਕਾਲੀ ਦਲ ਨੂੰ ਬਣੇ ਹੋਏ 100 ਸਾਲ ਹੋ ਗਏ। 14 ਦਸੰਬਰ 1920 ਦੇ ਵਿੱਚ ਬਣੀ ਤੇ 1935 ਤੋਂ ਬਾਅਦ ਇਹ ਇੱਕ ਫੁੱਲ ਫਲੈਜਡ ਪੋਲੀਟੀਕਲ ਪਾਰਟੀ ਦੇ ਤੌਰ ਤੇ ਸਾਹਮਣੇ ਆਈ ਤੇ ਪਹਿਲੀ ਵਾਰੀ 1936 ਦੇ ਵਿੱਚ ਇਲੈਕਸ਼ਨਸ ਲੜੀਆਂ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਤਹਿਤ। ਸਿਰਫ 2 ਇਲੈਕਸ਼ਨਸ ਨੂੰ ਛੱਡ ਕੇ, ਇੱਕ 1957 ਦੀ ਜਦ ਅਕਾਲੀ ਦਲ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਿਆ ਸੀ ਰੀਜਨਲ ਫਾਰਮੂਲੇ ਦੇ ਤਹਿਤ, ਉਸ ਟਾਈਮ ਅਕਾਲੀ ਦਲ ਨੇ ਕੋਈ ਇੰਡੀਪੈਂਡੈਂਟ ਤੌਰ ਤੇ ਇਲੈਕਸ਼ਨ ਨਹੀਂ ਲੜੀ, ਬਲਕਿ ਜਿਹੜੇ ਅਕਾਲੀ ਕੈਂਡੀਡੇਟ ਇਲੈਕਸ਼ਨ ਲੜਨਾ ਚਾਹੁੰਦੇ ਸੀ ਉਹਨਾਂ ਨੇ ਕਾਂਗਰਸ ਦੀ ਟਿਕਟ ਤੇ ਹੀ ਪੰਥਕ ਕੈਂਡੀਡੇਟ ਤੇ ਕਾਂਗਰਸ ਪੰਥਕ ਕੈਂਡੀਡੇਟ ਦੇ ਤੌਰ ਤੇ ਲੜੀ। ਦੂਸਰੀ ਵਾਰੀ ਜਿਹੜੀ ਨਹੀਂ ਲੜੀ ਉਹ 1992 ਦੀ ਇਲੈਕਸ਼ਨ ਹੈ, ਜਦ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹੀ ਫੈਕਸ਼ਨਸ ਨੇ ਬਾਈਕਾਟ ਕੀਤਾ। ਉਹਦੇ ਚ ਬਾਦਲ ਅਕਾਲੀ ਦਲ ਵੀ ਇੱਕ ਸੀ। ਬਾਕੀ ਸਾਰੀਆਂ ਇਲੈਕਸ਼ਨਸ ਅਕਾਲੀ ਦਲ ਨੇ ਲੜੀਆਂ ਨੂੰ, ਚਾਹੇ ਅਸੀਂ ਇੰਡੀਪੈਂਡੈਂਸ ਤੋਂ ਪਹਿਲਾਂ ਦੀ ਗੱਲ ਕਰ ਲਈਏ 1936 ਤੇ 1946 ਦੀ ਇਲੈਕਸ਼ਨ, ਚਾਹੇ ਅਸੀਂ ਇੰਡੀਪੈਂਡੈਂਸ ਤੋਂ ਬਾਅਦ 1952 ਤੇ 1962 ਦੀ ਇਲੈਕਸ਼ਨ ਦੀ ਗੱਲ ਕਰ ਲਈਏ ਕਿਉਂਕਿ 57 ਦੀ ਲੜੀ ਨਹੀਂ, ਤੇ ਰੀਆਰਗੇਨਾਈਜੇਸ਼ਨ ਤੋਂ ਬਾਅਦ ਚਾਹੇ 1967, 1969, 1972, 1977, 80, 85, 97, 2002, 2007, 2012, 2017, ਇਹ ਸਾਰੀਆਂ ਇਲੈਕਸ਼ਨ ਦੀ ਕੱਲ ਅਸੀਂ ਪਰਫਾਰਮੈਂਸ ਦੀ ਗੱਲ ਕੀਤੀ ਸੀ। ਇਹਨਾਂ ਸਾਰੀਆਂ ਤੋਂ ਮਾੜੀ ਪਰਫਾਰਮੈਂਸ ਅਕਾਲੀ ਦਲ ਦੀ ਇਸ ਵਾਰੀ ਹੈ। ਸਿਰਫ ਸਿੰਗਲ ਡਿਜਿਟ ਦੇ ਵਿੱਚ ਆ ਗਈ ਇੰਨੀ ਪੋਲੀਟੀਕਲ ਪਾਰਟੀ, ਇੰਨੀ ਇੰਪੋਰਟੈਂਟ ਪੋਲੀਟੀਕਲ ਪਾਰਟੀ। ਸਿਰਫ 3 ਸੀਟਾਂ ਆਈਆਂ ਨੇ, ਇੱਕ ਮਾਲਵੇ ਦੇ ਵਿੱਚ, ਇੱਕ ਮਾਝੇ ਦੇ ਵਿੱਚ, ਇੱਕ ਦੁਆਬੇ ਦੇ ਵਿੱਚ। ਹੁਣ ਇਹ ਹੈ ਕਿ ਇੰਨਾ ਮਾੜਾ ਹਾਲ ਕਿਉਂ ਹੋਇਆ। ਵੈਸੇ ਅਸੀਂ ਕਾਂਗਰਸ ਦੇ ਬਾਰੇ ਤਾਂ ਸੋਚ ਸਕਦੇ ਸੀ ਕਿਉਂਕਿ ਕਾਂਗਰਸ ਦੀ ਪਾਸਟ ਦੀ ਹਿਸਟਰੀ ਹੈ ਕਿ ਉਹਦੀ ਇਸ ਤੋਂ ਵੀ ਮਾੜੀ ਪਰਫਾਰਮੈਂਸ ਰਹੀ ਹੈ। 1977 ਦੇ ਵਿੱਚ ਸਿਰਫ 17 ਸੀਟਾਂ ਆਈਆਂ ਸੀ 117 ਦੇ ਵਿੱਚੋਂ। ਇਸੇ ਤਰ੍ਹਾਂ 1997 ਦੇ ਵਿੱਚ ਜਦ ਰਜਿੰਦਰ ਕੌਰ ਭੱਠਲ ਦੀ ਲੀਡਰਸ਼ਿਪ ਦੇ ਵਿੱਚ ਕਾਂਗਰਸ ਨੇ ਇਲੈਕਸ਼ਨ ਲੜੀ ਤਾਂ ਸਿਰਫ 14 ਸੀਟਾਂ ਆਈਆਂ ਸੀ। ਇਸ ਵਾਰੀ ਵੀ ਜੇ ਘੱਟ ਆ ਜਾਂਦੀਆਂ
ਤਾਂ ਕਿਸੇ ਨੂੰ ਹੈਰਾਨੀ ਨਹੀਂ ਸੀ ਹੋਣੀ। ਲੇਕਿਨ ਅਕਾਲੀ ਦਲ ਦੀ ਇੰਨੀ ਮਾੜੀ ਪਰਫਾਰਮੈਂਸ ਹੋਣੀ, ਇਹਦੇ ਬਾਰੇ ਸਾਰਿਆਂ ਨੂੰ ਬਹੁਤ ਹੈਰਾਨੀ ਹੈ ਕਿ ਹੋਇਆ ਕੀ ਹੈ। ਅਸੀਂ ਖੁਦ ਡਿਬੇਟਸ ਦੇ ਵਿੱਚ ਇਹ ਗੱਲ ਕਰਦੇ ਰਹੇ ਹਾਂ ਕਿ ਅਕਾਲੀ ਦਲ ਲਗਾਤਾਰ ਜਿਹੜਾ ਇੰਪਰੂਵ ਕਰ ਰਿਹਾ ਹੈ ਔਰ ਇਹਦੀ ਪਰਫਾਰਮੈਂਸ ਕਾਰਗੁਜ਼ਾਰੀ ਕਾਂਗਰਸ ਤੋਂ ਅੱਛੀ ਹੋਣ ਦੀ ਸੰਭਾਵਨਾ ਹੈ ਜੀ। ਪਰ ਇਹ ਹੋਇਆ ਨਹੀਂ। ਕਾਂਗਰਸ ਦੀ ਤਾਂ ਬੜੀ ਅੱਛੀ ਹੋ ਗਈ ਉਹਨਾਂ ਦੇ ਹਿਸਾਬ ਨਾਲ, ਕਿਉਂਕਿ 5 ਸਾਲ ਉਹਨਾਂ ਨੇ ਰਾਜ ਕਰ ਲਿਆ ਸੀ, ਫੇਰ ਵੀ 18 ਸੀਟਾਂ ਆ ਗਈਆਂ। ਉਹਨਾਂ ਦੀਆਂ 18 ਸੀਟਾਂ ਆਉਣ ਦਾ ਰਾਜ ਇਹ ਹੈ, ਜੇ ਤੁਸੀਂ ਥੋੜਾ ਜਿਹਾ ਰੀਜਨ ਵਾਈਜ਼ ਨਜ਼ਰ ਮਾਰੋ ਕਿ ਉਹਨਾਂ ਦੀਆਂ ਅੱਧੀਆਂ ਸੀਟਾਂ ਤਾਂ 18 ਦੇ ਵਿੱਚੋਂ ਕੱਲੀਆਂ ਦੁਆਬੇ ਦੇ ਵਿੱਚ ਹੈਗੀਆਂ, 18 ਦੇ ਵਿੱਚੋਂ 9 ਸੀਟਾਂ, 7 ਹੈਗੀਆਂ ਮਾਝੇ ਦੇ ਵਿੱਚੋਂ, ਸਿਰਫ 2 ਹੈਗੀਆਂ ਮਾਲਵੇ ਦੇ ਵਿੱਚੋਂ। ਮਾਲਵੇ 'ਚ ਤਾਂ ਤਕਰੀਬਨ ਅਕਾਲੀ ਦਲ ਤੇ ਕਾਂਗਰਸ ਬਰਾਬਰ ਹੀ ਸਮਝੋ, ਲੇਕਿਨ ਉਹ ਦੁਆਬੇ ਦੇ ਵਿੱਚ ਬੜੀ ਅੱਛੀ ਪਰਫਾਰਮੈਂਸ ਦੇ ਗਏ। 23 ਦੇ ਵਿੱਚੋਂ 9 ਸੀਟਾਂ ਕੱਲੀ ਕਾਂਗਰਸ ਲੈ ਗਈ। ਉਹ ਕਿਸ ਵਜ੍ਹਾ ਕਰ, ਇਹਦਾ ਮਤਲਬ ਅਨੁਸੂਚਿਤ ਜਾਤੀਆਂ ਵਾਲੇ ਜਿਹੜਾ ਪੱਤਾ ਸੀ ਉਹ ਦੁਆਬੇ 'ਚ ਚੰਨੀ ਦੇ ਚਿਹਰੇ ਨੂੰ ਚੱਲਿਆ। ਬਿਲਕੁਲ, ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਸ਼ਡਿਊਲ ਕਾਸਟ ਕਾਰਡ ਹੈ ਜਾਂ ਜੋ ਸ਼ਡਿਊਲ ਕਾਸਟ ਵੋਟਰ ਨੇ ਚੰਨੀ ਨੂੰ ਚੀਫ ਮਿਨਿਸਟਰ ਬਣਾਉਣ ਦਾ ਫਾਇਦਾ ਦੇਣਾ ਸੀ, ਉਹ ਚਾਹੇ ਮਾਲਵੇ ਦੇ ਵਿੱਚ ਤਾਂ ਨਹੀਂ ਹੋਇਆ ਜੀ, ਲੇਕਿਨ ਦੁਆਬੇ ਦੀ ਸ਼ੁਰੂ ਤੋਂ ਹੀ ਇਸ ਕਿਸਮ ਦੀ ਨੇਚਰ ਆਫ ਪੋਲਿਟਿਕਸ ਹੈ ਕਿ ਉੱਥੇ ਬੀਐਸਪੀ ਵੀ ਬੜੀ ਕਈ ਵਾਰੀ ਮਜ਼ਬੂਤ ਰਹਿੰਦੀ ਹੈ, ਕਿਉਂਕਿ ਉਹੀ ਕਾਸਟ ਫੈਕਟਰ। ਦੁਆਬਾ ਇੱਕ ਐਸਾ ਰੀਜਨ ਹੈ, ਜੇ ਉਹਦੀ ਸੋਸ਼ਲ ਕੰਪੋਜੀਸ਼ਨ ਦੀ ਗੱਲ ਕਰੀਏ, ਜਿਹੜਾ ਬਾਕੀ 2 ਰੀਜਨਸ ਤੋਂ ਬਿਲਕੁਲ ਹਟ ਕੇ ਹੈ। ਹਟ ਕੇ ਕਿਉਂ ਹੈ ਕਿ ਮਾਲਵਾ ਤੇ ਮਾਝਾ ਜਿਹੜੇ ਹੈਗੇ ਉਹ ਸਿੱਖ ਡੋਮੀਨੇਟਡ ਰੀਜਨ ਹੈਗੇ। ਮਾਝੇ ਦੇ ਵਿੱਚ ਸਿੱਖ ਪਾਪੂਲੇਸ਼ਨ ਮਾਲਵੇ ਤੋਂ ਵੀ ਜ਼ਿਆਦਾ ਪਰਸੈਂਟੇਜ ਵਾਈਜ਼, ਲੇਕਿਨ ਜਿਹੜਾ ਦੁਆਬਾ ਹੈ ਉਹ ਹਿੰਦੂ ਡੋਮੀਨੇਟਡ ਹੈ, ਤਕਰੀਬਨ 63% ਉੱਥੇ ਹਿੰਦੂ ਪਾਪੂਲੇਸ਼ਨ ਹੈ। ਇਸੇ ਤਰ੍ਹਾਂ ਸ਼ਡਿਊਲ ਕਾਸਟ ਪਾਪੂਲੇਸ਼ਨ ਦੀ ਗੱਲ ਕਰੀਏ, 37% ਸ਼ਡਿਊਲ ਕਾਸਟ ਪਾਪੂਲੇਸ਼ਨ ਹੈ, ਚਾਹੇ ਸਟੇਟ ਲੈਵਲ ਤੇ 32% ਦੇ ਨੇੜੇ ਹੈ, ਪਰ ਦੁਆਬੇ ਦੇ ਵਿੱਚ 37% ਦੇ ਨੇੜੇ ਹੈ। ਇਸ ਤੋਂ ਇਲਾਵਾ ਦੁਆਬੇ ਦੀਆਂ ਜ਼ਿਆਦਾਤਰ ਕੌਂਸਟੀਚੁਐਂਸੀਆਂ ਜਿਹੜੀਆਂ ਸਿੱਖ ਡੋਮੀਨੇਟਡ ਵੀ ਹੈਗੀਆਂ, ਬਟ ਦੇ ਆਰ ਨਾਟ ਜੱਟ ਸਿੱਖ ਡੋਮੀਨੇਟਡ। ਕਿਧਰੇ ਸੈਨੀਜ਼ ਦਾ ਪ੍ਰਭਾਵ ਹੈ, ਕਿਧਰੇ ਗੁਜਰਾਂ ਦਾ ਪ੍ਰਭਾਵ ਹੈ, ਕਿਧਰੇ ਰਾਮਗੜੀਆਸ ਦਾ ਪ੍ਰਭਾਵ ਹੈ, ਕਿਧਰੇ ਕਮੋਆ ਦਾ ਹੈ, ਕਿਧਰੇ ਕਿਸੇ ਕਾਸਟ ਦਾ ਹੈ। ਇਸ ਤਰ੍ਹਾਂ ਦੀ ਉਹਦੀ ਕੰਪੋਜੀਸ਼ਨ ਹੈ। ਤਾਂ ਜਦ ਅਸੀਂ ਕਾਂਗਰਸ ਦੀ ਪਰਫਾਰਮੈਂਸ ਇਨ ਰਿਲੇਸ਼ਨ ਟੂ ਅਕਾਲੀ ਦਲ ਗੱਲ ਕਰਦੇ ਹਾਂ, ਤਾਂ ਉਹ ਦੁਆਬੇ ਦੇ ਵਿੱਚ ਬੜਾ ਅੱਛਾ ਪਰਫਾਰਮ ਕਰ ਗਏ, 9 ਸੀਟਾਂ ਲੈ ਲਈਆਂ, ਤੇ ਅਕਾਲੀ ਦਲ ਨੂੰ ਸਿਰਫ 1 ਆਈ, ਬੰਗੇ ਦੀ ਸੀਟ। ਇਸੇ ਤਰ੍ਹਾਂ ਹੀ ਅਸੀਂ ਗੱਲ ਕਰਦੇ ਹਾਂ ਕਾਂਗਰਸ ਦੀ ਪਰਫਾਰਮੈਂਸ ਦੀ। ਜਦ ਮੈਨੂੰ ਪ੍ਰੋਫੈਸਰ ਸਾਹਿਬ ਜੇ ਆਗਿਆ ਦਿਓ ਤਾਂ ਅਸੀਂ ਡਾਕਟਰ ਬਲਕਾਰ ਸਿੰਘ ਉਹਨਾਂ ਨੂੰ ਨਾਲ ਇੱਕ ਵਾਰੀ ਲੈ ਲਈਏ, ਔਰ ਅਸੀਂ ਐਵੇਂ ਹੀ ਤੁਹਾਡੀ ਗੱਲ ਅੱਗੇ ਇਦਾਂ ਮਾਝੇ ਤੋਂ ਵਧਾਵਾਂਗੇ ਜਿਹੜੀ ਤੁਸੀਂ ਕਾਂਗਰਸ ਦੀ ਗੱਲ ਕਰ ਰਹੇ ਹੋ। ਪ੍ਰੋਫੈਸਰ ਸਾਹਿਬ, ਮੈਨੂੰ ਪਤਾ ਹੈ ਕਿ ਤੁਹਾਡੇ ਕੋਲ ਅੱਜ ਇੱਕ ਵੱਡੇ ਅਕਾਲੀ ਵੀ ਬੈਠੇ ਹੋਏ ਆ, ਹੁਣੇ ਉਹਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ, ਹਰਚਰਨ ਬੈਂਸ ਸਾਹਿਬ ਜਿਹੜੇ ਪ੍ਰਿੰਸੀਪਲ ਐਡਵਾਈਜ਼ਰ ਵੀ ਨੇ ਦਲ ਦੇ, ਔਰ ਬਾਦਲ ਸਾਹਿਬ ਤੇ ਸੁਖਬੀਰ ਤੇ। ਔਰ ਮੈਨੂੰ ਪਤਾ ਹੈ ਕਿ ਅਕਾਲੀ ਹਲਕਿਆਂ ਦੇ ਵਿੱਚ ਇਹ ਮੰਥਨ ਸ਼ੁਰੂ ਹੋ ਗਿਆ, ਇਹ ਚਰਚਾ ਅੱਗੇ ਵਧਣ ਲੱਗ ਗਈ ਕਿ ਹੁਣ ਇੱਥੋਂ ਕਿਵੇਂ ਦਾ ਰਸਤਾ ਅਖਤਿਆਰ ਕੀਤਾ ਜਾਵੇ। ਪਰ ਇੱਥੋਂ ਤੱਕ ਪਹੁੰਚਣ ਦਾ, ਪੁੱਠੇ ਪੈਰੀ ਮੁੜਨ ਦਾ ਵੀ ਤਾਂ ਇੱਕ ਰਸਤਾ ਸੀ। ਉਹ ਪੁੱਠੇ ਪੈਰੀ ਜਿਹੜਾ ਸਫ਼ਰ ਕਰ ਲਿਆ, ਉਹ ਸਫ਼ਰ ਆਖਰ ਤਾਂ ਜੁੱਤੀ ਪਾ ਕੇ ਹੀ ਕੀਤਾ ਨਾ, ਜੁੱਤੀ ਤਾਂ ਆਪ ਹੀ ਪਾਈ ਆ। ਜੇ ਵਹੀਕਲ ਵੀ ਨਵੇਂ ਤੋਂ ਨਵੇਂ ਰੱਖੇ, ਕਾਰਪੋਰੇਟ ਸੈਕਟਰ ਵਾਂਗ ਕੰਮ ਵੀ ਕੀਤਾ, ਫੈਸਲੇ ਵੀ ਆਪ ਹੀ ਲੈਣੇ ਸੀ। ਉਹ ਕਿਹੜੇ ਫੈਸਲੇ ਤੁਹਾਨੂੰ ਲੱਗਦੇ ਆ ਕਿ ਜਿਨ੍ਹਾਂ ਕਰਕੇ ਦਾਅਵਾ ਤਾਂ 80 ਸੀਟਾਂ ਦਾ ਰਿਹਾ, ਖੜ ਗਏ 3 ਤੇ ਜਾ ਕੇ? ਆਖਰ ਏਡੀ ਵੱਡੀ ਪਾਰਟੀ ਮੁੱਦੇ ਮੂੰਹ ਕਿਉਂ ਡਿੱਗਦੀ ਹੈ? ਕਿਉਂਕਿ ਦਾਅਵਾ ਤਾਂ ਇਹੀ ਸੀ ਕਿ ਅਸੀਂ ਤਾਂ ਅਸਲੀ ਆ, ਦਾਅਵਾ ਤਾਂ ਹੋਰ ਪਾਸੇ ਵੀ ਬਹੁਤ ਸੀ, ਲੇਕਿਨ ਹਾਜ਼ਰੀ ਸੀਟਾਂ ਦੇ ਰੂਪ ਚ ਬੜੇ ਮੁਸ਼ਕਲ ਦੌਰ ਚ ਹੈ। ਕੀ ਕਹਿੰਦੇ ਇਹਦਾ ਸਾਹਿਬ, ਜਿਵੇਂ ਡਿਟੇਲ ਦੱਸੀ ਹੈ ਖਾਨ ਸਾਹਿਬ ਨੇ, ਉਹਦੇ ਨਾਲ ਡਾਟਾ ਦੇ ਹਿਸਾਬ ਨਾਲ ਕਲੀਅਰ ਹੋ ਗਿਆ ਕਿ ਲੋਐਸਟ ਪਰਫਾਰਮੈਂਸ ਹੈ ਅਕਾਲੀ ਦਲ ਦੀ, ਤੇ ਉਹਦੀ ਲੀਡਰਸ਼ਿਪ ਤੇ ਆ ਰਹੀ ਹੈ। ਨੈਚੁਰਲੀ ਸੁਖਬੀਰ ਤੇ ਬਾਦਲ ਸਾਹਿਬ ਤੇ ਆ ਰਹੀ ਹੈ, ਬਾਦਲਾਂ ਤੇ ਆ ਰਹੀ ਹੈ। ਪਰ ਮੈਂ ਇਹ ਸਮਝਾਂ ਕਿ ਜਦੋਂ ਇਹਨੂੰ ਹੁਣ ਐਨਾਲਿਸਿਸ ਕਰਾਂਗੇ, ਅਸੀਂ ਜਦੋਂ ਅਕੈਡਮੀਸ਼ੀਅਨ ਦੇ ਤੌਰ ਤੇ ਬੈਠੇ ਹਾਂ, ਤੇ ਇਹ ਇਕੱਲੇ ਲੀਡਰਸ਼ਿਪ ਹੀ ਹਾਰੀ, ਕਾਡਰ ਵੀ ਹਾਰਿਆ ਸਾਰਾ। ਔਰ ਉਹਨਾਂ ਦੀ ਜਿਹੜੀਆਂ ਕਮੇਟੀਆਂ ਸੀਗੀਆਂ, ਮਤਲਬ ਬਣੀਆਂ ਹੋਈਆਂ ਐਕਸਪਰਟ ਕਮੇਟੀਆਂ ਸਾਰੀਆਂ, ਉਹ ਸਾਰੀਆਂ ਹਾਰੀਆਂ ਨੇ। ਜਦੋਂ ਸਾਰੀਆਂ ਹਾਰੀਆਂ ਨੇ, ਤੇ ਉਹ ਇੱਥੋਂ ਤੱਕ ਪਹੁੰਚਣ ਦਾ ਮਾਮਲਾ ਸਿਰਫ ਇਹ ਹੋਇਆ
ਕਿ ਉਹਨਾਂ ਨੇ ਸਿੱਖ ਜਿਹੜਾ ਪੰਜਾਬ ਦਾ ਮਨ ਹੈ ਨਾ, ਦੇਖੋ ਇੱਕ ਗੱਲ ਬੜੀ ਕਲੀਅਰ ਹੈ ਕਿ ਮੈਂ ਇਹਨੂੰ ਇਸ ਤਰ੍ਹਾਂ ਲੈਣਾ ਇਸ ਵੇਲੇ ਵੀ ਜੇ ਖਾਨ ਸਾਹਿਬ ਨੂੰ ਮੈਂ ਨੋਟਿਸ ਲਿਆਉਣਾ ਚਾਹੁੰਦਾ ਕਿ ਹਾਰ ਵਿੱਚ ਬੀਜੇਪੀ ਹਾਰੀ ਹੈ, ਜਿਹੜਾ ਬੀਜੇਪੀ ਲੱਗਿਆ ਉਹ ਹਾਰ ਗਿਆ। ਅਮਰਿੰਦਰ ਦਾ ਹਾਰ ਜਾਣਾ ਬੀਜੇਪੀ ਨਾਲ ਲੱਗ ਕੇ ਹੈ। ਅਕਾਲੀਆਂ ਦਾ ਇਮੇਜ ਇਹ ਬਣ ਗਿਆ ਵੀ ਉਹ ਉਹਦੇ ਨਾਲ ਦੇ ਮਾਲ ਵਿੱਚ ਸਾਫ਼ ਹੋ ਗਏ। ਨਹੀਂ ਮੈਨੂੰ ਪ੍ਰੋਫੈਸਰ ਸਾਹਿਬ ਮੈਨੂੰ ਤੁਹਾਡੇ ਤੇ ਅਸਰ ਲੱਗਿਆ। ਮੈਂ ਜੇ ਬੇਨਤੀ ਇਹ ਕਰਾਂ, ਦੇਖੋ ਮੈਨੂੰ ਅਸਰ ਲੱਗਿਆ, ਮੈਨੂੰ ਇਹ ਦੱਸੋ ਮੇਰੀ ਗੱਲ ਨਹੀਂ ਪ੍ਰੋਫੈਸਰ ਨਾ ਪ੍ਰੋਫੈਸਰ ਸਾਹਿਬ ਗੱਲ ਸੁਣੋ। ਅਮਰਿੰਦਰ ਸਿੰਘ ਤਾਂ ਅਕਾਲੀਆਂ ਦੀ ਨੈਗੇਟਿਵਿਟੀ ਲੈ ਕੇ ਆਪਣੇ ਉੱਤੇ ਮਾਰੇ ਗਏ। ਦੇਖੋ ਅਮਰਿੰਦਰ ਸਿੰਘ ਅਕਾਲੀਆਂ ਨਾਲ ਰਲੇ ਹੋਣ ਦੇ ਦੋਸ਼ ਦੇ ਵਿੱਚ ਮਾਰੇ ਗਏ ਆ। ਬੀਜੇਪੀ ਇੱਕ ਵਿਲਨ ਕਿਸਾਨੀ ਮੂਵਮੈਂਟ ਚ ਨਹੀਂ ਬੀਜੇਪੀ ਕਿਸਾਨੀ ਮੂਵਮੈਂਟ ਚ ਵਿਲਨ ਸੀ। ਦੂਜੀ ਬਲੰਡਰ ਕੀਤੀ ਕੈਪਟਨ ਅਮਰਿੰਦਰ ਸਿੰਘ ਨੇ ਉਹਦੇ ਨਾਲ ਜਾ ਕੇ। ਦੇਖੋ ਬੀਜੇਪੀ ਕਰਕੇ ਨਹੀਂ ਅਕਾਲੀ ਦਲ ਮਾਰਿਆ। ਅਕਾਲੀ ਦਲ 2015 ਦੇ ਵਿੱਚ 2017 ਦੇ ਵਿੱਚ ਡਾਊਨ ਗਿਆ। 2017 ਤੋਂ 22 ਤੱਕ 5 ਸਾਲ ਦਾ ਜਿਹੜਾ ਸਫ਼ਰ ਸੀ ਉਹਦੇ ਵਿੱਚ ਲੀਡਰਸ਼ਿਪ ਨੂੰ ਜ਼ਿੰਮੇਵਾਰੀ ਨਹੀਂ ਦਿਓਗੇ, ਕਾਡਰ ਤਾਂ ਕੀ ਕਰਦਾ, ਵਰਕਰ ਦੀ ਕੀ ਪੁੱਛੀ ਦੀ, ਕੀ ਵੱਟੀ ਦੀ ਹੈ ਜੀ। ਇਹਨਾਂ ਵੱਡੇ ਥਾਵਾਂ ਤੇ ਤਾਂ ਵੱਡੇ ਵੱਡੇ ਲੀਡਰਾਂ ਦੀ ਕੋਈ ਨਹੀਂ ਤੇ ਪੁੱਛੀ ਦੀ। ਮੈਂ ਤੁਹਾਨੂੰ ਸ਼ੱਕ ਦਾ ਸ਼੍ਰੇ ਦੇਣ ਦਾ ਪੂਰਾ ਅਖਤਿਆਰ ਦਿੰਨਾ ਹੈ, ਪਰ ਗਰਾਊਂਡ ਰਿਐਲਿਟੀ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਬਾਦਲ ਕਿਆਂ ਨਾਲ ਰਲੇ ਹੋਣ ਦੇ ਦੋਸ਼ ਵਿੱਚ ਲਾਤੇ ਗਏ ਤੇ ਉਸ ਤੋਂ ਬਾਅਦ ਉਹ ਬੀਜੇਪੀ ਦੇ ਉੱਤੇ ਭਾਰੀ ਪੈ ਗਏ ਕਿਉਂਕਿ ਅਮਰਿੰਦਰ ਸਿੰਘ ਖਲਨਾਇਕ ਵਾਂਗ ਵਿਚਰ ਉਹਨਾਂ ਦੇ ਉੱਤੇ ਦੋਸ਼ ਲੱਗ ਗਏ ਸੀ ਔਰ ਬੀਜੇਪੀ ਨੇ ਉਹਨਾਂ ਨੂੰ ਆਪਣੇ ਉੱਤੇ ਲੈ ਲਿਆ ਜਾਂ ਬੀਜੇਪੀ ਦੀ ਜਿਹੜੀ ਨੈਗੇਟਿਵਿਟੀ ਸਾਰੀ ਉੱਤੇ ਚੱਲ ਗਈ। ਹੁਣ ਇਸ ਢੰਗ ਨਾਲ ਪ੍ਰਭਾਸ਼ਿਤ ਨਹੀਂ ਕਰੋਗੇ ਤਾਂ ਤੁਸੀਂ ਨਹੀਂ, ਮੈਨੂੰ ਤੁਹਾਡੀ ਕਿਸੇ ਗੱਲ ਤੇ ਕੋਈ ਇਤਰਾਜ਼ ਨਹੀਂ। ਮੈਂ ਫਾਰਮੂਲੇਟ ਕਰਨ ਦੀ ਕੋਸ਼ਿਸ਼ ਕਰ ਰਿਹਾ। ਮੇਰੇ ਮੁਤਾਬਕ ਜਿਹੜੀ ਬੀਜੇਪੀ ਹੈ, ਜਿਹੜਾ ਮੋਦੀ ਦਾ ਰੱਥ ਹੈ, ਉਹ ਪੰਜਾਬ ਨੇ ਇੱਕ ਵਾਰ ਫਿਰ ਰੋਕਿਆ ਹੈ। ਉਹਦੇ ਕਿਉਂਕਿ ਉਹ ਜਿਹੜੀ ਸਾਰੀ ਪੋਲਿਟਿਕਸ ਹੈ ਨਾ, ਉਹਦੇ ਬੈਕਗ੍ਰਾਉਂਡ ਤੇ ਜਾਓਗੇ, ਮੈਂ ਕੋਈ ਉਹਨਾਂ ਨੂੰ ਮਾਫ ਨਹੀਂ ਕਰ ਰਿਹਾ ਇਸ ਗੱਲ ਤੇ, ਕਿਉਂਕਿ ਉਹ ਤੇ ਫਸੇ ਹੀ ਹੋਏ ਨੇ। ਮੈਨੂੰ ਤੇ ਇਹ ਵੀ ਪਤਾ ਹੈ ਵੀ ਉਹ ਇਹਨਾਂ ਮਤਲਬ ਇਸ ਪਾਸੇ ਸਿਆਸਤ ਹਾਰੇ ਨੇ ਤੇ ਉਹ ਪੰਥ ਵੀ ਹਾਰੇ ਨੇ ਨਾਲ, ਕੱਲੇ ਉਹੀ ਨਹੀਂ ਪੰਥ ਨਹੀਂ ਹਾਰੇ, ਉਹ ਅਲੱਗ ਬਾਤ ਹੈ। ਉਹ ਕੀ ਕਰਦੇ ਨੇ ਮੈਨੂੰ ਨਹੀਂ ਪਤਾ ਹੈ। ਮੈਂ ਕਹਿਣਾ ਇਹ ਚਾਹੁੰਦਾ ਸੀਗਾ ਤੁਹਾਨੂੰ ਕਿ ਇਹ ਜਿਹੜੀ ਗੱਲ ਹੋ ਗਈ ਹੈ ਇਸ ਵੇਲੇ, ਉਹ ਕੋਈ ਜਦੋਂ ਬਾਹਰੀ ਤੇ ਹੋਈ ਨਹੀਂ, ਲੋਕ ਹਾਰਦੇ ਆਏ ਨੇ, ਸਾਫ਼ ਵੀ ਹੁੰਦੇ ਆਏ ਨੇ, ਮਤਲਬ ਕੋਈ ਪ੍ਰੋਬਲਮ ਨਹੀਂ ਹੈ। ਮਤਲਬ ਇਸ ਵੇਲੇ ਵੀ ਉਹ ਕੀ ਕਰਨਗੇ ਮੈਨੂੰ ਨਹੀਂ ਪਤਾ ਹੈ, ਪਰ ਮੈਨੂੰ ਇਹ ਜ਼ਰੂਰ ਪਤਾ ਹੈ ਕਿ ਉਹਨਾਂ ਨੂੰ ਦੁਬਾਰਾ ਇਹ ਮੁੱਢ ਤੋਂ ਸ਼ੁਰੂ ਕਰਨਾ ਪਏਗਾ, ਕਿਉਂਕਿ ਜੋ ਉਹਨਾਂ ਨੂੰ ਲੀਗੇਸੀ ਮਿਲੀ ਹੋਈ ਸੀ, ਜੋ ਉਹਨਾਂ ਦੀ ਵਿਰਾਸਤ ਸੀ, ਉਹ ਵਿਰਾਸਤ ਨੂੰ ਉਹ ਗਵਾ ਚੁੱਕੇ ਹੋਏ ਨੇ ਤੇ ਉਹ ਵਿਰਾਸਤ ਦੇ ਗਵਾਚਣ ਦਾ ਜਿਹੜਾ ਹੇਰਵਾ ਹੈ ਉਹਦੇ ਵਿੱਚੋਂ ਨਿਕਲਣ ਦੀ ਤੇ ਉਹਨਾਂ ਨੂੰ ਕੋਸ਼ਿਸ਼ ਕਰਨੀ ਪਏਗੀ। ਹੁਣ ਕਦੋਂ ਨਿਕਲਦੇ ਨੇ ਮੈਂ ਕਹਿ ਨਹੀਂ ਸਕਦਾ, ਪਰ ਹੁਣ ਇਸ ਵੇਲੇ ਤੇ ਪ੍ਰੋਬਲਮ ਇਹ ਹੈ ਕਿ ਅਸੀਂ ਇਸ ਹਾਰ ਨੂੰ ਖਾਨ ਸਾਹਿਬ ਵਿਜ਼ਾ ਵੇਜ਼ ਮਤਲਬ ਜਿਹੜੀ ਆਪ ਦੀ ਜਿੱਤ ਹੈ ਉਹਦੇ ਵੇਖਾਂਗੇ ਵੀ ਜਿਹੜੀ ਆਪ ਦੀ ਜਿੱਤ ਹੈ ਐਬਸੋਲੂਟ ਐਡੀ ਵੱਡੀ ਜਿੱਤ ਹੈ, ਉਹਦਾ ਕਾਰਨ ਕੀ ਹੈ। ਜਿਸ ਜਿੱਤ ਨੇ ਮਤਲਬ ਜਿਹੜੇ ਬੜੇ ਸਾਰੇ ਸਵਾਲ ਖੜੇ ਕਰਤੇ ਨੇ, ਕੱਲੇ ਸਾਡੇ ਵਾਸਤੇ ਨਹੀਂ ਕੀਤੇ, ਅਕਾਲੀਆਂ ਵਾਸਤੇ ਨਹੀਂ ਕੀਤੇ, ਉਹ ਸਵਾਲ ਜਿਹੜੇ ਨੇ ਉਹ ਉਹਨਾਂ ਵਾਸਤੇ ਵੀ ਖੜੇ ਹੋ ਗਏ ਨੇ, ਮਤਲਬ ਆਪ ਵਾਸਤੇ ਵੀ। ਮਤਲਬ ਮੈਂ ਇਹ ਮਹਿਸੂਸ ਕਰਦਾ। ਤੁਸੀਂ ਜਿਹੜੀ ਗੱਲ ਕੱਲੇ ਅਕਾਲੀਆਂ ਦੀ ਕਰ ਰਹੇ ਹੋ, ਅਕਾਲੀ ਹੁਣ ਇਸ ਵੇਲੇ ਕੱਲੇ ਕਰਕੇ ਦੇਖੋਗੇ ਤੇ ਉਹ ਤੇ ਲੋਕ ਆਈ ਜਾਣਗੇ। ਹੁਣ ਤੁਸੀਂ ਫਰਕ ਕਰੋ, ਤੁਸੀਂ ਕਹਿੰਦੇ ਹੋ ਵੀ ਇਹ ਕਿਵੇਂ ਹੋਇਆ। ਹੁਣ ਮੈਨੂੰ ਤੇ ਇਹ ਵੀ ਲੱਗਦਾ ਹੈ ਵੀ ਜਿਹੜਾ ਫਤਿਹਗੜ੍ਹ ਇਕੱਠ ਹੋਇਆ ਮਤਲਬ ਦੀਪ ਸਿੱਧੂ ਦੇ ਮਾਮਲੇ 'ਚ, ਉਸ ਇਕੱਠ ਨੇ ਸਾਰੇ ਹਿੰਦੁਸਤਾਨ ਨੂੰ ਇੱਕ ਵਾਰ ਹਿਲਾ ਦਿੱਤਾ ਤੇ ਪੰਜਾਬ ਨੇ ਲਾਜ਼ਮੀ ਹਿਲਣਾ ਸੀ। ਤੇ ਪੰਜਾਬ ਦਾ ਜਿਹੜਾ ਬੰਦਾ ਖਾਲਿਸਤਾਨ ਨਹੀਂ ਚਾਹੁੰਦਾ ਉਹ ਸਾਰਾ ਮਤਲਬ ਬੀਜੇਪੀ ਉਹਦੇ ਨਾਲ ਲੱਗਿਆ ਆਪ ਨਾਲ, ਮੈਨੂੰ ਉਹਦਾ ਵੀ ਅਸਰ ਲੱਗਦਾ ਹੈ। ਹਾਲਾਂਕਿ ਮਤਲਬ ਉਹਦਾ ਜਿਹੜਾ ਫਾਇਦਾ ਹੈ ਉਹ ਸਿਰਫ ਸਿਮਰਜੀਤ ਮਾਨ ਨੂੰ ਤੇ ਆਪਣੀ ਜ਼ਬਾਨ ਤੋਂ ਬਚਾਉਣ ਦਾ ਹੀ ਮਿਲਿਆ, ਹੋਰ ਤਾਂ ਕੋਈ ਮਿਲਿਆ ਨਹੀਂ ਉਹਨੂੰ। ਬਾਕੀ ਉਹਨਾਂ ਦੇ ਸਾਰੇ ਬੰਦੇ ਜਿਹੜੇ ਨੇ, ਜਿਹੜੇ ਉਹ 90 ਬੰਦੇ ਲੜ ਰਹੇ ਸੀਗੇ, ਸਾਰੇ ਦੇ ਸਾਰੇ ਜਿਹੜੇ ਨੇ ਮਤਲਬ ਉਹ ਕੋਈ ਮਤਲਬ ਜ਼ਮਾਨਤਾਂ ਮਸਾਂ ਬਚਾਈਆਂ ਨੇ। ਹੁਣ ਇਹਦਾ ਮਤਲਬ ਇਹ ਹੈ ਕਹਿਣ ਦਾ ਵੀ ਜਿਹੜੀ ਪੋਲਿਟਿਕਸ ਇਹ ਠੀਕ ਹੈ, ਹੁਣ ਫਿਕਰਾ ਇਹ ਚੱਲ ਗਿਆ ਜੋ ਜਿਹੜਾ ਤੁਹਾਡੇ ਵਰਗੇ ਐਂਕਰ ਨੇ ਉਹਨਾਂ ਸਾਰਿਆਂ ਨੇ ਚਲਾ ਦਿੱਤਾ ਕਿ ਇਹ ਟ੍ਰੈਡੀਸ਼ਨਲ ਪੋਲਿਟਿਕਸ ਹਾਰ ਗਈ ਹੈ। ਕਿਹੜੀ ਟ੍ਰੈਡੀਸ਼ਨਲ ਪੋਲਿਟਿਕਸ? ਇਹ ਪਾਰਟੀਆਂ ਤੇ ਇੱਕ ਐਲੀਗੇਸ਼ਨ ਸੀ ਵੀ ਆਪਣੇ ਰਲ ਕੇ ਖੇਡੀ ਜਾਂਦੀਆਂ ਨੇ, ਲੋਕਾਂ ਦਾ ਨਹੀਂ ਕਹਿੰਦਾ। ਤੇ ਹੁਣ ਲੋਕਾਂ ਦਾ ਕੀ ਹੋ ਜਾਊਗਾ ਇਹ ਤੇ ਦੇਖਿਆ ਜਾਊ ਨਾ। ਮੈਨੂੰ ਇਹ ਰੰਧਾਵਾ ਸਾਹਿਬ ਜਿਹੜੀ ਗੱਲਾਂ ਨਹੀਂ ਪ੍ਰੋਫੈਸਰ ਸਾਹਿਬ ਤੁਸੀਂ ਦਰੁਸਤ ਕਹਿ ਰਹੇ ਹੋ ਕਿ ਦੇਖਿਆ ਜਾਏਗਾ, ਦੇਖਿਆ ਤਾਂ ਜਾਣਾ ਹੈ, ਕੋਈ ਕਿਸੇ ਨੂੰ ਮਾਫ ਨਹੀਂ ਕਰਦਾ। ਸਾਡੀ ਤੁਹਾਡੀ ਭੂਮਿਕਾ, ਸਾਡਾ ਰੋਲ ਇਹ ਆ ਕਿ ਅਸੀਂ ਪਰਿਸਥਿਤੀਆਂ ਨੂੰ ਠੀਕ ਦਿਸ਼ਾ 'ਚ ਪ੍ਰਭਾਸ਼ਿਤ ਕਰਨ ਦੇ ਯੋਗ ਹੋ ਸਕੀਏ। ਵੱਡਾ ਸਵਾਲ ਇਹ ਆ ਕਿ ਸਾਡੇ ਪੁਰਖਿਆਂ ਵੱਲੋਂ ਖਾਸ ਤੌਰ ਤੇ ਇਸ ਵਿਰਾਸਤ ਦੀ ਗੱਲ ਕਰੀਏ, ਜਿਹੜੀ ਲੜਾਈ ਅੰਗਰੇਜ਼ ਕਾਲ ਵੇਲੇ ਸ਼ੁਰੂ ਕੀਤੀ ਗਈ ਸੀ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਲੈ ਕੇ, ਤੇ ਬਾਅਦ ਦੇ ਵਿੱਚ ਉਹ ਪੋਲੀਟੀਕਲ ਜਮਾਤ ਦੇ ਵਾਂਗ ਉਹਦਾ ਜਿਹੜਾ ਇਸ ਸਥਿਤੀ ਦੇ ਵਿੱਚ ਪਹੁੰਚਣਾ, ਨੋ ਡਾਊਟ ਇਹ ਵਾਪਸ ਮੁੜੂਗੀ, ਕਿਸੇ ਹੋਰ ਸ਼ੇਪ 'ਚ ਮੁੜੂਗੀ।
ਆਮ ਆਦਮੀ ਪਾਰਟੀ ਕੋ ਸਦੀਵੀ ਵਰਤਾਰਾ ਨਹੀਂਗਾ। ਆਮ ਆਦਮੀ ਪਾਰਟੀ ਕੋਈ ਇਹ ਨਹੀਂ ਕਿ ਉਹਨਾਂ ਨੇ ਕੋਈ ਮੈਨੂੰ ਤਾਂ ਸਭ ਤੋਂ ਪਹਿਲਾ ਸਵਾਲ ਤਾਂ ਖਾਨ ਸਾਹਿਬ ਇਹੀ ਲੱਗਦਾ ਪਿਆ ਕਿ ਐਸੀਆਂ ਪਰਿਸਥਿਤੀਆਂ 'ਚ ਜਿੰਨੇ ਉਹ ਦਾਅਵੇ ਕਰਕੇ ਆਏ ਆ, ਪੈਂਦਿਆਂ ਉਹਨਾਂ ਨੂੰ ਖਜ਼ਾਨੇ ਦੇ ਲਿਹਾਜ਼ ਨਾਲ ਔਖਾ ਹੋ ਜਾਣਾ। ਸੋ ਪ੍ਰੋਫੈਸਰ ਸਾਹਿਬ ਵੱਲ ਜਾਂਦੇ ਆ। ਪ੍ਰੋਫੈਸਰ ਸਾਹਿਬ, ਤੁਸੀਂ ਕੋਈ ਗੱਲ ਕਰਨੀ, ਤੁਹਾਡਾ ਮਾਈਕ ਬੰਦ ਕਰ ਦਿੰਦੇ, ਤੁਸੀਂ ਕਰ ਲਓ ਤੇ ਅਸੀਂ ਗੱਲ ਇਧਰੋਂ ਸ਼ੁਰੂ ਕਰ ਲੈਣੇ। ਹਾਂਜੀ ਖਾਨ ਸਾਹਿਬ, ਸੋ ਇਹ ਜੋ ਪ੍ਰੋਫੈਸਰ ਬਲਕਾਰ ਸਿੰਘ ਨੇ ਕਿਹਾ, ਇਹਦੀ ਅਗਲੀ ਗੱਲ ਦੱਸ ਦਿਓ। ਨਹੀਂ, ਦੇਖੋ, ਡਾਕਟਰ ਬਲਕਾਰ ਸਿੰਘ ਕਹਿ ਰਹੇ ਹਨ ਕਿ ਇਹਨੂੰ ਆਪ ਦੀ ਪਰਫਾਰਮੈਂਸ ਦੇ ਮੁਕਾਬਲੇ 'ਚ ਦੇਖਣਾ ਚਾਹੀਦਾ ਹੈ, ਅਕਾਲੀ ਦਲ ਦੀ ਪਰਫਾਰਮੈਂਸ ਨੂੰ। ਮੈਂ ਇਹ ਕਹਿਣਾ ਕਿ ਆਪ ਦੀ ਪਰਫਾਰਮੈਂਸ ਇਕੱਲੇ ਅਕਾਲੀ ਦਲ ਨੂੰ ਨਹੀਂ ਦੇਖਣਾ ਚਾਹੀਦਾ, ਨਾਲ ਕਾਂਗਰਸ ਨੂੰ ਵੀ ਦੇਖਣਾ ਚਾਹੀਦਾ। ਉਹ ਵੀ ਮੇਜਰ ਪਲੇਅਰ ਹੈ ਕਿ ਉਹ ਆਪਣੀ ਇੱਜ਼ਤ ਕਿਵੇਂ ਬਚਾ ਗਈ ਕਾਂਗਰਸ, ਤੇ ਅਕਾਲੀ ਦਲ ਕਿਉਂ ਨਹੀਂ ਬਚਾ ਸਕਿਆ। ਉਹਦੇ ਕਈ ਰੀਜ਼ਨ ਹੈਗੇ। ਪਹਿਲਾਂ ਹੀ ਆਪਾਂ ਗੱਲ ਕਰ ਲਈ ਕਿ ਮਾਝਾ ਤੇ ਦੁਆਬਾ ਦੇ ਵਿੱਚ ਕਾਂਗਰਸ ਦੀ ਪਰਫਾਰਮੈਂਸ, ਇੰਨੀ ਮਾੜੀ ਪਰਫਾਰਮੈਂਸ ਓਵਰਆਲ ਦੇ ਬਾਵਜੂਦ ਵੀ ਅੱਛੀ ਰਹੀ, ਕਿਉਂਕਿ ਦੁਆਬੇ ਦੀਆਂ 9 ਸੀਟਾਂ ਲੈ ਲਈਆਂ, ਮਾਝੇ ਦੀਆਂ 7 ਸੀਟਾਂ ਲੈ ਲਈਆਂ, ਔਰ ਜਿੰਨੀ ਤਕਰੀਬਨ ਮਾਝਾ ਬ੍ਰਿਗੇਡ ਸੀ ਉਹ ਸਾਰੀ ਦੀ ਸਾਰੀ ਥਰੂ ਹੋ ਗਈ, ਸਾਰੀ ਦੁਬਾਰਾ ਜਿੱਤ ਕੇ ਆ ਗਈ। ਚਾਹੇ ਅਸੀਂ ਪ੍ਰਤਾਪ ਬਾਜਵੇ ਦੀ ਗੱਲ ਕਰ ਲਈਏ, ਚਾਹੇ ਅਸੀਂ ਤ੍ਰਿਪਤ ਰਜਿੰਦਰ ਬਾਜਵੇ ਦੀ ਗੱਲ ਕਰ ਲਈਏ, ਚਾਹੇ ਅਸੀਂ ਸੁਖਜਿੰਦਰ ਰੰਧਾਵੇ ਦੀ ਗੱਲ ਕਰ ਲਈਏ, ਚਾਹੇ ਅਸੀਂ ਅਰੁਣਾ ਚੌਧਰੀ ਦੀ ਗੱਲ ਕਰ ਲਈਏ, ਨਰੇਸ਼ ਪੁਰੀ ਦੀ ਗੱਲ ਕਰ ਲਈਏ, ਉਹ ਇਸ ਝੱਖੜ ਦੇ ਵਿੱਚੋਂ ਨਿਕਲ ਕੇ ਆਏ ਹੈਗੇ। ਲੇਕਿਨ ਅਕਾਲੀ ਦਲ ਨਹੀਂ ਨਿਕਲ ਸਕਿਆ। ਇਹ ਕਿਉਂ ਨਹੀਂ ਨਿਕਲ ਸਕਿਆ? ਇਹਦੇ ਕਈ ਰੀਜ਼ਨ ਹੈਗੇ। ਮੈਨੂੰ ਲੱਗਦਾ ਹੈ ਕਿ ਸਭ ਤੋਂ ਬੜਾ ਰੀਜ਼ਨ ਤਾਂ ਇਹ ਹੈ ਕਿ ਅਕਾਲੀ ਦਲ ਇਹਨਾਂ 5 ਸਾਲਾਂ ਦੇ ਵਿੱਚ ਆਪਣਾ ਪ੍ਰੋਪਰ ਰੋਲ ਅਦਾ ਨਹੀਂ ਕਰ ਸਕਿਆ। ਜਿਹੜੀ ਇੱਕ ਸੰਘਰਸ਼ ਦੀ ਪਾਰਟੀ ਕਹਾਈ ਜਾਂਦੀ ਸੀ, ਇੱਕ ਮੋਰਚਿਆਂ ਦੀ ਪਾਰਟੀ ਕਹਾਈ ਜਾਂਦੀ ਸੀ, ਇੱਕ ਆਪਣੀ ਸਟਰੈਂਥ ਤੇ ਚੀਜ਼ਾਂ ਲੈਣ ਦੀ ਪਾਰਟੀ ਕਹਾਈ ਜਾਂਦੀ ਸੀ, ਉਹ ਆਪਣਾ ਰੋਲ ਪੂਰਾ ਨਹੀਂ ਨਿਭਾ ਸਕੀ। ਕਿਉਂ ਨਹੀਂ ਨਿਭਾ ਸਕੇਗੀ? ਕਿਉਂਕਿ ਇੱਕ ਤਾਂ ਸੈਂਟਰਲ ਲੈਵਲ ਤੇ ਤਾਂ ਸਿੱਧੇ ਤੌਰ ਤੇ ਬੀਜੇਪੀ ਨਾਲ ਅਲਾਈਅੰਸ ਸੀ, ਉਹ ਬੀਜੇਪੀ ਦੇ ਭਾਈਵਾਲ ਸੀ, ਬੀਜੇਪੀ ਦੀ ਇੱਕ ਮਿਨਿਸਟਰੀ ਅਕਾਲੀਆਂ ਕੋਲੇ ਸੀ। ਇਸ ਕਰਕੇ ਜੋ ਉਹਨਾਂ ਦੀ ਜਾਇਜ਼ ਨਜਾਇਜ਼ ਗੱਲ ਸੀ ਉਹਦੇ ਵਿੱਚ ਅਕਾਲੀ ਦਲ ਹਾਂ ਮਿਲਾਉਂਦਾ ਰਿਹਾ। ਖਾਸ ਤੌਰ ਤੇ ਅਸੀਂ ਗੱਲ ਕਰਦੇ ਹਾਂ ਫਾਰਮ ਲਾਜ਼ ਦੀ। ਚਾਹੇ ਜੋ ਮਰਜ਼ੀ ਅਕਾਲੀ ਦਲ ਕਹੀ ਜਾਵੇ, ਅਸੀਂ ਵੀ ਚਾਹੁੰਦੇ ਹਾਂ ਕਿ ਰੀਜਨਲ ਪਾਰਟੀ ਬੜੀ ਇੰਪੋਰਟੈਂਟ ਹੈ ਕਿਸੇ ਸਟੇਟ ਦੇ ਵਿੱਚ, ਉਹਨੂੰ ਖੜੇ ਰਹਿਣਾ ਚਾਹੀਦਾ। ਅਸੀਂ ਇਸ ਓਪੀਨੀਅਨ ਦੇ ਹਾਂ, ਰੀਜਨਲ ਪੋਲਿਟਿਕਸ ਦੇ ਹੱਕ ਦੇ ਵਿੱਚ ਆ। ਲੇਕਿਨ ਫਾਰਮ ਲਾਜ਼ ਦੇ ਬਾਰੇ ਕੀ ਹੋਇਆ? ਪਹਿਲਾਂ ਸਾਰੀ ਅਕਾਲੀ ਲੀਡਰਸ਼ਿਪ ਨੇ ਉਹਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ। ਮੈਨੂੰ ਯਾਦ ਹੈ, ਮੈਂ ਬਾਦਲ ਸਾਹਿਬ ਦੀ ਵੀ ਬੜਿਆਂ ਦੀ ਸਟੇਟਮੈਂਟ ਸੁਣੀ ਹੈ, ਉਹ ਮੀਡੀਆ ਤੇ ਵੀ ਚੱਲਦੀ ਰਹੀ ਕਿ ਮੈਂ ਇੱਕ ਲਫ਼ਜ਼ ਇਹਨਾਂ ਬਿੱਲਾਂ ਦਾ ਪੜ੍ਹਿਆ ਔਰ ਮੈਨੂੰ ਇਸ ਤੋਂ ਵਧੀਆ ਕੋਈ ਫਾਰਮੂਲਾਜ਼ ਲੱਗਦੇ ਨਹੀਂ। ਇਹ ਕਿਸਾਨਾਂ ਦੇ ਹੱਕ ਦੇ ਵਿੱਚ ਹੈਗਾ। ਪ੍ਰੋਫੈਸਰ ਸਾਹਿਬ, ਇਹਦੇ ਨਾਲ ਇੱਕ ਗੱਲ ਹੋਰ ਜੋੜ ਲਓ। ਇਹ ਅਤਕਥਨੀ ਨਹੀਂ ਗੀ, ਤੁਸੀਂ ਜੋ ਕਹਿ ਰਹੇ ਹੋ ਇਹ ਲੋਕਾਂ ਦੇ ਚੇਤਿਆਂ 'ਚ ਵਸਿਆ ਪਿਆ ਕਿ ਯੂ ਟਰਨ ਬਾਅਦ 'ਚ ਮਾਰਿਆ ਜਦੋਂ ਵੇਖਿਆ ਕਿ ਘਰ ਦੇ ਅੱਗੇ ਵੀ ਰਾਹ ਬੰਦ ਹੋ ਗਏ। ਲੇਕਿਨ ਉਸ ਤੋਂ ਪਹਿਲਾਂ ਵੀ ਇੱਕ ਜਗ੍ਹਾ ਤੇ ਅਕਾਲੀ ਦਲ ਥਿੜਕਿਆ, ਜਿਹੜਾ ਉਹਦਾ ਹੀ ਆਪਣਾ ਧਾਰਮਿਕ ਪੱਖ ਸੀ। ਉਹ ਸਭ ਤੋਂ ਅਹਿਮ ਸਵਾਲ ਸੀਗਾ ਜਦੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਆਈ। ਕੈਪਟਨ ਅਮਰਿੰਦਰ ਸਿੰਘ ਦਾ ਰੁਖ ਨੈਗੇਟਿਵ ਸੀ, ਉਹ ਨੈਸ਼ਨਲ ਸਿਕਿਉਰਿਟੀ ਨੂੰ ਲੈ ਕੇ ਬਹਿ ਗਏ ਨਵਜੋਤ ਸਿੰਘ ਸਿੱਧੂ ਦਾ ਖੰਡਨ ਕਰਨ ਲਈ। ਉਦੋਂ ਅਕਾਲੀ ਦਲ ਦੀ ਲੀਡਰਸ਼ਿਪ ਪਹਿਲਾਂ ਦੱਬੀ ਜ਼ਮਾਨ ਦੇ ਵਿੱਚ ਇੱਕ ਤਰ੍ਹਾਂ ਨੈਗੇਟਿਵਿਟੀ ਕਰਦੀ ਰਹੀ, ਔਰ ਜਦੋਂ ਵੇਖਿਆ ਕਿ ਭਾਰਤ ਸਰਕਾਰ ਇੱਥੇ ਹਾਮੀ ਭਰ ਗਈ ਹੈ, ਜਦੋਂ ਭਾਰਤੀ ਜਨਤਾ ਪਾਰਟੀ ਨੇ ਪੈਂਤੜਾ ਅਖਤਿਆਰ ਕਰ ਲਿਆ, ਉਸ ਤੋਂ ਬਾਅਦ ਉਹ ਪਾਕਿਸਤਾਨ ਵੀ ਜਾਂਦੇ ਆ ਇੱਕ ਮੰਤਰੀ ਦੇ ਨਾਲ, ਬੀਬੀ ਹਰਸਿਮਰਤ ਕੌਰ ਬਾਦਲ। ਫਿਰ ਉਹ ਸਹਿਮਤੀ ਦੇ ਨਾਲ ਅੱਗੇ ਹੋ ਕੇ ਆਪਣਾ ਡੇਰਾ ਬਾਬਾ ਨਾਨਕ ਦੇ ਵਿੱਚ ਫੰਕਸ਼ਨ ਵੀ ਵੱਖਰਾ ਕਰਦੇ ਜਿੱਥੇ ਮੋਦੀ ਸਾਹਿਬ ਆਉਂਦੇ ਆ। ਲੇਕਿਨ ਇਨੀਸ਼ੀਅਲ ਸਟੇਜ ਤੇ ਉਹ ਸਿੱਧੂ ਦਾ ਵਿਰੋਧ ਕਰਨ ਦੀ ਖਾਤਰ ਇਸ ਮੁੱਦੇ ਦੇ ਉੱਤੇ ਹੀ ਫਿਰ ਭਟਕ ਜਾਂਦੇ ਆ। ਗੱਲ ਇਹ ਨਹੀਂ ਕਿ ਗੱਲ ਇਹ ਆ ਕਿ ਉਹ ਜਦੋਂ 17 ਤੋਂ ਬਾਅਦ ਸੱਤਾ ਤੋਂ ਬਾਹਰ ਹੋ ਗਏ ਸੀ, ਉਹ ਕੇਂਦਰ ਦੇ ਵਿੱਚ ਸੀਗੇ, ਕੇਂਦਰ ਤੋਂ ਪੰਜਾਬ ਲਈ ਕੁਝ ਲੈ ਕੇ ਆਉਂਦੇ, ਜਿਹੜਾ ਦਿਸਦਾ ਕਿ ਇਹ ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਜਾਂ ਪੂਰੀ ਲੀਡਰਸ਼ਿਪ ਦੇ ਪ੍ਰੈਸ਼ਰ ਕਰਕੇ ਕੇਂਦਰ ਨੇ ਪੰਜਾਬ ਨੂੰ ਦਿੱਤਾ ਹੈ। ਧਾਰਮਿਕ ਮਾਮਲੇ ਹੱਲ ਕਰਵਾ ਲੈਂਦੇ, ਧਾਰਮਿਕ ਮਾਮਲਿਆਂ 'ਚ ਜਿਹੜੇ ਦੂਜੇ ਸੂਬਿਆਂ ਦੇ ਵਿੱਚ ਗੁਰਦੁਆਰਿਆਂ ਦੇ ਮਾਮਲੇ ਸੀ, ਜਿਹੜਾ ਅਕਾਲੀ ਦਲ ਦਾ ਮੇਨ ਫੋਕਸ ਰਿਹਾ ਸਦਾ ਧਰਮ ਆਧਾਰਿਤ ਰਾਜਨੀਤੀ, ਉੱਥੇ ਵੀ ਮੈਨੂੰ ਲੱਗਦਾ ਕਿ ਉਹ ਦੱਬੇ ਪੈਰੀ ਤੁਰਦੇ ਰਹੇ ਆ। ਉਹੀ ਉਹਨਾਂ ਨੂੰ ਅੱਗੇ ਜਾ ਕੇ ਨੁਕਸਾਨ ਹੋਇਆ। ਕੀ ਕਹਿੰਦੇ ਹੋ? ਬਿਲਕੁਲ, ਲੋਕਾਂ ਦੇ ਵਿੱਚ ਇਹ ਇੰਪ੍ਰੈਸ਼ਨ ਹੈ ਕਿ ਬੀਜੇਪੀ ਦੇ ਸਾਹਮਣੇ ਅਕਾਲੀ ਦਲ ਨੇ ਸਰੈਂਡਰ ਕਰਤਾ। ਪਹਿਲਾਂ ਇਹਨਾਂ ਗੱਲਾਂ ਦੇ ਬਾਰੇ ਸਹਿਮਤੀ ਦਿੱਤੀ,
ਬਾਅਦ ਦੇ ਵਿੱਚ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ। ਲੇਕਿਨ ਲੋਕ ਇੰਨੇ ਮੂਰਖ ਨਹੀਂ, ਲੋਕ ਸਭ ਕੁਝ ਸਮਝਦੇ ਹੈਗੇ। ਬਲਕਿ ਜੇ ਕਲੀਅਰ ਕੱਟ ਕਹਿੰਦੇ ਕਿ ਪਹਿਲੇ ਸਾਡੇ ਤੋਂ ਗਲਤੀ ਹੋ ਗਈ, ਹੁਣ ਅਸੀਂ ਸੁਧਾਰ ਲਈ, ਤਾਂ ਸ਼ਾਇਦ ਜ਼ਿਆਦਾ ਠੀਕ ਹੁੰਦਾ। ਇਹ ਜਿਹੜੇ ਹੈਗੇ, ਇਸੇ ਤਰ੍ਹਾਂ ਆਪਾਂ ਜੇ ਰਾਜ ਦੇ ਪੱਧਰ ਦੀ ਗੱਲ ਕਰੀਏ, ਪੰਜਾਬ ਦੇ ਪੱਧਰ ਦੀ ਗੱਲ ਕਰੀਏ, ਅਕਾਲੀ ਦਲ ਨੇ ਇਹਨਾਂ 5 ਸਾਲਾਂ ਦੇ ਵਿੱਚ, 5 ਨਾ ਲਾਓ, ਪੌਣੇ 5 ਸਾਲ ਲਾ ਲਓ, ਕਿ ਪੌਣੇ 5 ਸਾਲ ਕੋਈ ਜੀ 5 ਸਾਲ ਕੋਈ ਜਿਹੜਾ ਹੈਗਾ ਓਪੋਜੀਸ਼ਨ ਵਾਲਾ ਰੋਲ ਨਹੀਂ ਕੀਤਾ। ਲੋਕਾਂ ਨੂੰ ਇਹ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਰਲ ਕੇ ਇਹਨਾਂ ਨੇ ਪੰਜਾਬ ਦੀ ਪੂਰੀ ਪਾਵਰ ਇੰਜੋਏ ਕੀਤੀ ਹੈ। ਜਿੰਨਾ ਅਮਰਿੰਦਰ ਸਿੰਘ ਜ਼ਿੰਮੇਵਾਰ ਹੈ, ਜੋ ਪੂਰਾ ਐਡਮਿਨਿਸਟ੍ਰੇਸ਼ਨ ਹੈ, ਉਨੀ ਅਕਾਲੀ ਹੈਗੇ। ਕਿਉਂਕਿ ਸਾਰੇ ਵੱਡੇ ਵੱਡੇ ਅਹੁਦਿਆਂ ਤੇ ਅਫਸਰ, ਈਵਨ ਕਾਂਗਰਸ ਦੇ MLA ਇਸ ਤੋਂ ਦੁਖੀ ਸੀ ਕਿ ਸਾਡੀ ਨਹੀਂ ਚੱਲਦੀ, ਅਕਾਲੀਆਂ ਦੀ ਜ਼ਿਆਦਾ ਚੱਲਦੀ ਹੈ। ਤਾਂ ਜੋ 5 ਸਾਲਾਂ ਦੇ ਵਿੱਚ ਅਕਾਲੀ ਦਲ ਦਾ ਰੋਲ ਰਿਹਾ, ਇਹਨਾਂ ਨੂੰ ਓਪਨ ਮਾਈਂਡ ਦੇ ਨਾਲ, ਮੇਰਾ ਖਿਆਲ ਹੈ, ਜੇ ਪਾਰਟੀ ਨੂੰ ਸੁਧਾਰਨਾ ਚਾਹੁੰਦੇ ਨੇ ਅੱਗੇ ਨੂੰ, ਓਪਨ ਮਾਈਂਡ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਤੇ ਖੁੱਲ੍ਹ ਕੇ ਡਿਬੇਟ ਹੋਣੀ ਚਾਹੀਦੀ ਹੈ ਤੇ ਕੋਈ ਨਾ ਕੋਈ ਰਿਵਿਊ। ਇੱਕ ਜਿਹੜੀ ਲੋਕਾਂ ਨੂੰ ਹੋਰ ਗੱਲ ਪਿੰਚ ਕੀਤੀ ਅਕਾਲੀ ਦਲ ਦੀ, ਚਾਹੇ ਉਹ ਸੁਧਰਨ ਦੀ ਆਸ ਹੈ ਕਿ ਨਹੀਂ ਹੈ, ਡਾਇਨੈਸਟਿਕ ਪੋਲਿਟਿਕਸ ਤੋਂ ਵੀ ਲੋਕ ਬਹੁਤ ਦੁਖੀ ਹੈਗੇ ਕਿ ਕਿ ਇੱਕ ਪਰਿਵਾਰ ਦੇ ਇੰਨੇ ਜੀ ਸਿਆਸਤ ਦੇ ਵਿੱਚ ਆ ਗਏ। ਜਿਹੜੀ ਡਾਇਨੈਸਟਿਕ ਪੋਲਿਟਿਕਸ ਹੈ ਨਾ, ਇਹਨੇ ਵੀ ਬਹੁਤ ਡੈਮੇਜ ਕੀਤਾ ਹੈਗਾ ਅਕਾਲੀ ਦਲ ਨੂੰ। ਸਾਨੂੰ ਇਹ ਵੀ ਪਤਾ ਹੈ ਕਿ ਜੇ ਤੁਸੀਂ ਅਕਾਲੀ ਦਲ ਨੂੰ ਰਿਫਾਰਮ ਵੀ ਕਰਨਾ ਹੈ, ਵੈਸੇ ਤਾਂ ਇਹ ਹੁੰਦਾ ਹੈ ਕਿ ਜਦ ਇੰਨੀ ਬੜੀ ਹੈਲੋ ਜੀ ਆਵਾਜ਼ ਨਹੀਂ ਆ ਰਹੀ ਜੀ? ਆ ਰਹੀ ਸਾਨੂੰ ਆ ਰਹੀ, ਬੋਲੋ ਤੁਸੀਂ। ਹਾਂਜੀ, ਕਿ ਜਦ ਇੰਨੀ ਬੜੀ ਡਿਫੀਟ ਹੋ ਜਾਵੇ ਕਿਸੇ ਪੋਲੀਟੀਕਲ ਪਾਰਟੀ ਦੀ, ਤਾਂ ਉਹਦੇ ਜਿਹੜੇ ਉੱਚ ਅਹੁਦੇਦਾਰ ਹੈਗੇ, ਉਹਨਾਂ ਨੂੰ ਮੋਰਲ ਗਰਾਊਂਡ ਤੇ ਅਸਤੀਫਾ ਦੇਣਾ ਹੁੰਦਾ ਹੈ। ਇਹ ਅਕਸਰ ਰਵਾਇਤ ਹੈ। ਪਰ ਚਲੋ, ਮੈਨੂੰ ਲੱਗਦਾ ਹੈ ਕਿ ਅਸਤੀਫਾ ਮੰਗਣ ਵਾਲਾ ਕੋਈ ਰਿਹਾ ਹੀ ਨਹੀਂ ਅਕਾਲੀ ਦਲ ਦੇ ਵਿੱਚ। ਮੰਗੇਗਾ ਕੌਣ? ਸਾਰੇ ਤਾਂ ਹਾਰ ਗਏ, ਕੋਈ ਚੱਜ ਦਾ ਬੰਦਾ ਜਿੱਤਿਆ ਹੀ ਨਹੀਂ ਅਕਾਲੀ ਦਲ ਦੇ ਵਿੱਚ। ਜਿੰਨੇ ਮਰਜ਼ੀ ਲੈ ਲਓ, ਸਾਰੇ ਹਾਰ ਚੁੱਕੇ ਹੈਗੇ। ਪਰ ਹੁਣ ਜਿਹੜੀ ਪ੍ਰੈਜ਼ੈਂਟ ਲੀਡਰਸ਼ਿਪ ਹੈ ਸੁਖਬੀਰ ਬਾਦਲ ਹੁਣਾਂ ਦੀ, ਉਹ ਮੌਕੇ ਦੇ ਪ੍ਰਧਾਨ ਹੈਗੇ, ਉਹਨਾਂ ਦਾ ਪਾਰਟੀ ਤੇ ਪੂਰਾ ਗ੍ਰਿਪ ਹੈ ਇਸ ਟਾਈਮ। ਚਾਹੇ ਇਲੈਕਸ਼ਨ ਬੁਰੀ ਤਰ੍ਹਾਂ ਹਾਰ ਚੁੱਕੇ ਹੈਗੇ, ਪਰ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਓਪਨ ਮਾਈਂਡ ਦੇ ਨਾਲ ਸਾਰੀ ਪਾਰਟੀ ਨੂੰ ਧਿਆਨ ਦੇ ਵਿੱਚ ਲੈ ਕੇ, ਔਰ ਮੈਨੂੰ ਤਾਂ ਇਹ ਵੀ ਲੱਗਦਾ ਹੈ ਕਿ ਸਾਰੇ ਜਿਹੜੇ ਪੰਥਕ ਗਰੁੱਪ ਹੈਗੇ, ਹੁਣ ਉਹ ਸਿਚੁਏਸ਼ਨ ਆ ਗਈ। ਇਲੈਕਸ਼ਨਾਂ ਤੋਂ ਪਹਿਲਾਂ ਨਹੀਂ ਸੀ, ਚਾਹੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿ ਦੇਣ, ਚਾਹੇ ਰਾਜੋਆਣਾ ਸਾਹਿਬ ਕਹਿ ਦੇਣ ਕਿ ਸਾਰੇ ਪੰਥ ਨੂੰ ਇਕੱਠੇ ਹੋ ਜਾਣਾ ਚਾਹੀਦਾ, ਉਹ ਸਿਚੁਏਸ਼ਨ ਨਹੀਂ ਸੀ ਇਲੈਕਸ਼ਨ ਦੇ ਟਾਈਮ। ਪਰ ਹੁਣ ਇਸ ਤਰਫ ਗੱਲਾਂ ਤੁਰਨੀਆਂ ਚਾਹੀਦੀਆਂ ਨੇ। ਮੈਨੂੰ ਸਮਝਾਓ ਨਾ, ਇਸ ਪੱਧਰ ਦੀ ਹਾਰ ਤੋਂ ਬਾਅਦ, ਇੰਨੇ ਬੁਰੇ ਤਰੀਕੇ ਨਾਲ ਅਸਫਲ ਹੋ ਜਾਣ ਤੋਂ ਬਾਅਦ, ਦੂਜੇ ਧੜੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਕਿਉਂ ਬੋਲਣਗੇ, ਜਿਹੜੇ ਢੀਂਡਸਾ ਜਾਂ ਜਿਹੜੇ ਬਾਕੀ ਲੋਕ ਪਹਿਲਾਂ ਹੀ ਇਹ ਕਹਿ ਕੇ ਕਿ ਪਰਿਵਾਰਵਾਦ ਦੀ ਗੱਲ ਆ, ਪਾਰਟੀ ਸਿਧਾਂਤਾਂ ਤੋਂ ਥਿੜਕ ਚੁੱਕੀ ਆ, ਅਕਾਲ ਤਖਤ ਦੀ ਦੁਰਵਰਤੋਂ, ਮੈਂ ਮਾਫੀ ਚਾਹ ਕੇ ਸ਼ਬਦ ਕਹਿ ਰਿਹਾ, ਸ਼੍ਰੋਮਣੀ ਕਮੇਟੀ ਵਰਗੇ ਸਰਦਾਰ ਬਲਕਾਰ ਸਿੰਘ ਹੋਰੀ ਤਾਂ ਸਦਾ ਹੀ ਇਹ ਗੱਲ ਕਹਿੰਦੇ ਆਏ। ਸੋ ਉਹ ਦੁਬਾਰਾ ਕਿਉਂ ਮੁੜਨਗੇ ਜਦੋਂ ਕਿ ਉਹ ਬਿਹਤਰ ਸਥਿਤੀ 'ਚ ਨੇ? ਜੇ ਢੀਂਡਸਾ ਸਾਹਿਬ ਦੀ ਗੱਲ ਕਰੋ ਤੇ ਉਹ ਦਿੱਲੀ ਵਾਲਿਆਂ ਨਾਲ ਪੂਰੇ ਖੁਸ਼ ਨੇ, ਜੇ ਉਹਨਾਂ ਦੀ ਥੱਲੇ ਦੀ ਸੱਤਾ ਨਹੀਂ ਮਿਲੀ ਤੇ ਉਤਲਿਆਂ ਨਾਲ ਤਾਂ ਜੱਫੀ ਹੈਗੀ ਆ। ਸੋ ਬਾਕੀ ਸਿਮਰਨਜੀਤ ਸਿੰਘ ਮਾਨ ਵੀ ਉਹ ਇਹਨਾਂ ਨੂੰ ਰਿਜੈਕਟ ਹੋਇਆਂ ਨੂੰ ਇਸ ਵੇਲੇ ਗਲੇ ਕਿਉਂ ਲਾਉਣਗੇ? ਤੇ ਜੇ ਕੋਈ ਅਪੀਲ ਆ ਵੀ ਜਾਂਦੀ, ਭਾਵੇਂ ਤਖਤ ਸਾਹਿਬ ਤੋਂ ਆ ਜਾਂਦੀ, ਕੋਈ ਕਿਉਂ ਮੰਨੂਗਾ? ਤੁਸੀਂ ਠੀਕ ਕਿਹਾ। ਜੇ ਤੁਸੀਂ ਮੈਨੂੰ ਆਗਿਆ ਦਿਓ, ਪ੍ਰੋਫੈਸਰ ਬਲਕਾਰ ਸਿੰਘ ਹੋਣਾ ਤੋਂ ਅੱਗੇ ਗੱਲ ਲੈ ਲੈਂਦੇ ਆ। ਹਾਂਜੀ ਜੀ ਪ੍ਰੋਫੈਸਰ ਸਾਹਿਬ। ਹਾਂਜੀ, ਮੈਂ ਇਹ ਸਮਝਦਾ ਕਿ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਖਾਨ ਸਾਹਿਬ ਨੇ ਠੀਕ ਥਾਂ ਤੇ ਲਿਆਂਦੀ। ਮੈਂ ਨੁਕਤੇ ਤੋਂ ਉੱਥੋਂ ਸ਼ੁਰੂ ਕਰਨਾ ਵੀ ਅਕਾਲੀ ਦਲ ਜਿਹੜਾ ਹੈ ਉਹ ਤੇ ਹਾਰ ਗਿਆ ਹੋਇਆ ਹੈ ਤੇ ਉਹਦੇ ਇਸ ਵੇਲੇ ਕਨਫਿਊਜ਼ਨ ਵਿੱਚ ਹੋਰ ਹਾਰਨ ਦੇ ਚਾਂਸਸ ਨੇ। ਬਾਦਲ ਪਰਿਵਾਰ ਐਕਸੈਪਟੇਬਲ ਨਹੀਂ ਹੈ, ਉਹ ਰਿਜ਼ਾਈਨ ਕਰੇ ਜਾਂ ਨਾ ਕਰੇ ਉਹਦਾ ਕਹਿਣਾ ਨਹੀਂ ਕੋਈ, ਪਰ ਮੈਂ ਉਹ ਸਮਝਦਾ ਸੀ ਟੋਟਲ ਹਾਰ ਗਏ ਨੇ। ਉਹ ਜਿਹੜੇ ਉਹਨਾਂ ਦੇ ਨਾਲ ਸੀਗੇ, ਜਿਹੜਾ ਉਹਨਾਂ ਨੇ ਬਚਾਉਣਾ ਸੀ, ਉਹ ਵੀ ਹਾਰ ਚੁੱਕੇ ਨੇ ਤੇ ਉਹ ਹੁਣ ਜੇ ਗੱਲ ਕਰਨ ਵੀ ਤਾਂ ਉਹਦਾ ਕੋਈ ਮਹਿਣਾ ਨਹੀਂ ਹੈ। ਪਰ ਇੱਕ ਗੱਲ ਬੜੀ ਕਲੀਅਰ ਹੈ ਕਿ ਮੈਂ ਇੱਕ ਸਿੱਖ ਦੇ ਤੌਰ ਤੇ ਮਤਲਬ ਆਪਣੇ ਜੋ ਮੈਂ ਪੜ੍ਹਿਆ ਲਿਖਿਆ ਸਾਰਾ, ਹੁਣ ਤੁਸੀਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ 1920 ਸ਼੍ਰੋਮਣੀ ਕਮੇਟੀ ਬਣੀ, ਉਹਦੇ 130 ਮੈਂਬਰ ਬਣ ਗਏ।
ਬਿਲਕੁਲ ਉਹ ਸਾਰੇ ਦੇ ਸਾਰੇ ਅੰਮ੍ਰਿਤਧਾਰੀ ਸੀ, ਪਰ ਉੱਥੇ ਇੱਕ ਕਮੇਟੀ ਬਣੀ ਜਿਨ੍ਹਾਂ ਨੇ ਚੈੱਕ ਕਰਨਾ ਸੀ ਉਹਨਾਂ ਚੋਂ ਸਿੱਖ ਕਿਹੜੇ ਕਿਹੜੇ ਨੇ, ਤੇ ਉਹਨਾਂ 'ਚ ਭਾਈ ਜੋਧ ਸਿੰਘ ਸੀਗਾ। ਹੁਣ ਜਿਹੜੇ ਬੰਦੇ ਚੈੱਕ ਗਏ ਹੀ ਨਹੀਂ ਕਿਤੇ, ਮਤਲਬ ਇਸ ਕਰਕੇ ਰਾਹ ਇੱਕੋ ਹੀ ਹੈ ਕਿ ਅਕਾਲ ਤਖਤ ਦੇ ਰਾਹੀਂ ਉਹਨਾਂ ਦੀ ਉਹ ਸਪਿਰਿਟ ਜਿਹੜੀ ਹੈ ਉਹ ਰੀਜਨਰੇਟ ਹੋ ਸਕਦੀ ਹੈ ਜਿਹਦੇ ਵਿੱਚੋਂ ਖਲੋਤੇ ਸਨ। ਹੁਣ ਉਹਨਾਂ ਨੇ ਉਹਨੂੰ ਮਤਲਬ ਕਹਾਣੀ ਬਣਾਤਾ ਤੇ ਲਿਬੜੇ ਪਏ ਨੇ ਉਹਦੇ 'ਚ ਨਿਕਲ ਨਹੀਂ ਸਕਦੇ ਬਾਹਰ, ਨਿਕਲ ਕੇ ਤੇ ਬੰਦੇ ਨਹੀਂ ਲੱਗਣਗੇ। ਹੁਣ ਇਸ ਕਰਕੇ ਉਹਨੂੰ ਹੁਣ ਅਕਾਲ ਤਖਤ ਦੇ ਥਰੂ ਆਪਰੇਟਿਵ ਇਸ ਕਰਕੇ ਨਹੀਂ ਹੋ ਰਹੀ ਕਿ ਉਹ ਅਕਾਲ ਤਖਤ ਦਾ ਜਿਹੜਾ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉਹ ਦੋਨੇ ਅਜੇ ਵੀ ਸੁਖਬੀਰ ਬਾਦਲ ਵੱਲ ਨੂੰ ਪੁੱਛ ਕੇ ਤੁਰ ਰਹੇ ਨੇ। ਜਿਹੜੀ ਗੱਲ ਤੇ ਆਉਣ ਦੀ ਲੋੜ ਹੈ, ਜਿਹੜੀ ਮੈਂ ਤੁਹਾਡੀ ਆਡੀਅנס ਨਾਲ ਸਾਂਝੀ ਕਰਨਾ ਚਾਹੁੰਦਾ ਕਿ ਇਸ ਵੇਲੇ ਕੱਲੇ ਬਾਦਲ ਸਾਹਿਬ ਤੇ ਜਿਹੜੇ ਆਊਟ ਹੋ ਗਏ ਉਹਨੂੰ ਜੋ ਮਿਲਦੀ ਸੀ ਸਜ਼ਾ ਮਿਲ ਗਈ, ਚਲੋ ਮੁੱਕ ਗਿਆ ਕੰਮ, ਹਾਰ ਗਏ, ਅਸੀਂ ਕਹਿ ਦਿੱਤਾ ਵੀ ਉਹਨਾਂ ਨੂੰ ਸਫਾਇਆ ਹੋ ਗਿਆ। ਮੇਰਾ ਕੀ ਕਸੂਰ ਹੈ? ਜਿਹੜਾ ਉਹਨਾਂ ਦੇ ਸਫਾਏ ਨਾਲ ਮੇਰੇ ਗੋਡੇ ਰਗੜੇ ਗਏ ਨੇ, ਜਿਹੜੇ ਉਹਨਾਂ ਦੇ ਸਫਾਏ ਨਾਲ ਮੇਰੀ ਪੱਗ ਨੂੰ ਮਤਲਬ ਖਤਰਾ ਪੈਦਾ ਹੋਇਆ ਹੈ, ਉਹਦਾ ਮੈਂ ਕੀ ਕਰਾਂ? ਜਿਹੜੀ ਇਸ ਵੇਲੇ ਹਿੰਦੁਸਤਾਨ ਵਿੱਚ ਜਦੋਂ ਮਤਲਬ ਭਾਜਪਾ ਦਾ ਬਦਲ ਬਣਨਾ ਹੈ ਤਾਂ ਓਰੀਜਨਲ ਬਦਲ ਆਉਣਾ ਸਾਹਮਣੇ। ਅਕਾਲੀ ਉਹਦੇ ਘਾੜੇ ਸਨ, ਮਤਲਬ ਅਨੰਦਪੁਰ ਦੇ ਰੈਜ਼ੋਲੂਸ਼ਨ ਰਾਹੀਂ ਅਕਾਲੀਆਂ ਨੇ ਆਪਣੀ ਥਾਂ ਤੇ ਮਤਲਬ ਕੇਜਰੀਵਾਲ ਖਿਲਾ ਦਿੱਤਾ। ਕੇਜਰੀਵਾਲ ਪੰਜਾਬ ਦੀ ਜਿੱਤ ਨਾਲ ਇੱਕਦਮ ਮਮਤਾ ਬੈਨਰਜੀ ਦੇ ਬਰਾਬਰ ਚਲਾ ਗਿਆ। ਨੈਸ਼ਨਲ ਲੈਵਲ ਤੇ ਇਹ ਮਤਲਬ ਮੋਦੀ ਦੇ ਖਿਲਾਫ ਇੱਕ ਮੁਹਾਜ਼ ਖੜਾ ਹੋਣਾ ਹੀ ਹੈ। ਉਹ ਜਨਤਾ ਪਾਰਟੀ ਵਰਗਾ ਬਣਦਾ ਕਿ ਨਹੀਂ ਬਣਦਾ ਮੈਨੂੰ ਪਤਾ ਨਹੀਂ ਹੈ, ਪਰ ਇਹ ਲੜਾਈ ਹੋਣੀ। ਜਦੋਂ ਮੈਂ ਫਿਕਰਾ ਕਿਹਾ ਸੀ ਵੀ ਜਿਹੜੇ ਨਾਲ ਡਾਇਰੈਕਟਲੀ ਇਨਡਾਇਰੈਕਟਲੀ ਭਾਜਪਾ ਜੁੜੀ ਉਹਨੂੰ ਲੋਕਾਂ ਨੇ ਸਫਾਇਆ ਕਰਤਾ। ਉਹ ਹੁਣ ਤੁਸੀਂ ਕਹਿੰਦੇ ਮਾਲਵੇ ਚ ਕਾਂਗਰਸ ਸਫਾਇਆ ਹੋ ਗਿਆ। ਕਾਂਗਰਸ ਨੇ ਬੜੀ ਮਿਹਨਤ ਨਾਲ ਸਫਾਇਆ ਕਰਵਾਇਆ ਹੈ, ਕਾਂਗਰਸ ਨੇ ਬੜੀ ਮਿਹਨਤ ਨਾਲ ਕਰਵਾਇਆ ਹੈ। ਕਾਂਗਰਸ ਤੇ ਜਿਹੜੀ ਹੈ ਨਾ ਉਹਦਾ ਤੇ ਹਾਲ ਤੇ ਹੈ ਕਿ ਉਹ ਤੇ ਜਿਹੜੇ 18 ਜਿੱਤ ਗਏ ਨੇ ਉਹ ਵੀ ਆਪਣੀ ਆਪਣੀ ਕਿਸਮਤ ਨਾਲ ਜਿੱਤ ਗਏ ਨੇ। ਫਿਰ ਆਉਣ ਵਾਲੇ ਉਹਨਾਂ ਨੇ ਵੀ ਉੱਥੇ ਖੜੇ ਸੀਗੇ। ਜਿਹੜੀ ਮੈਨੂੰ ਇੱਕ ਨਹੀਂ ਸਮਝ ਆਉਂਦੀ ਵੀ ਕਾਂਗਰਸ ਪਾਰਟੀ, ਵੈਸੇ ਮੈਂ ਇਹ ਕਹਿੰਦਾ ਵੀ ਕਾਂਗਰਸ ਪਾਰਟੀ ਜਿਹੜੀ ਆ ਉਹਦੀ ਇੱਜ਼ਤ ਵਾਕਈ ਮੈਂ ਤੁਹਾਨੂੰ ਦੱਸਿਆ ਮੈਂ ਤਾਂ ਬਚ ਗਈ, ਕਿਉਂਕਿ ਆਪੋਜੀਸ਼ਨ ਹੈ ਉਹ ਤੇ ਉੱਥੇ ਖੜੀ ਹੈ ਜਿੱਥੇ ਪਹਿਲਾਂ ਆਪ ਖੜੀ ਸੀ। ਮਤਲਬ ਐਕਸਚੇਂਜ ਹੋ ਗਿਆ ਨਾ, ਰੋਲ ਚੇਂਜ ਹੋ ਗਿਆ। ਆਪ ਉੱਥੇ ਆ ਗਈ ਹੈ ਜਿੱਥੇ ਕਾਂਗਰਸ ਖੜੀ ਸੀ ਤੇ ਕਾਂਗਰਸ ਉੱਥੇ ਆ ਗਈ ਹੈ ਜਿੱਥੇ ਆਪ ਖੜੀ ਸੀ। ਉਹਨਾਂ ਦੇ ਰੋਲ ਚੇਂਜ ਹੋਏ ਨੇ। ਰੋਲ ਚੇਂਜ ਹੋਣ ਨਾਲ ਜਿਹੜੀਆਂ ਗੱਲਾਂ ਕੀ ਹੁੰਦੀਆਂ ਨੇ ਇਹ ਕੱਲ ਨੂੰ ਦੇਖਿਆ ਜਾਏਗਾ। ਪਰ ਜਿਹੜੀ ਤੁਸੀਂ ਗੱਲ ਕਹਿੰਦੇ ਹੋ, ਮੈਂ ਬੇਸਿਕਲੀ ਅਕਾਲੀ ਹਾਂ, ਮੈਂ ਬਾਦਲ ਪਰਿਵਾਰ ਦੇ ਖਿਲਾਫ ਹਾਂ ਤੇ ਇਹ ਕਹਿੰਦਾ ਰਿਹਾ ਕਿ ਬਾਦਲਾਂ ਵਿੱਚੋਂ ਤੇ ਪੰਥ ਵਿੱਚੋਂ ਇੱਕ ਬਚਾਇਆ ਜਾ ਸਕਦਾ ਹੈ। ਤੇ ਲੋਕਾਂ ਨੇ ਕਹਿਤਾ ਵੀ ਅਸੀਂ ਬਾਦਲ ਨਹੀਂ ਬਚਾਉਣੇ ਤੇ ਬਾਦਲਾਂ ਨੇ ਕਹਿਤਾ ਅਸੀਂ ਪੰਥ ਨਹੀਂ ਛੱਡਣਾ। ਹੁਣ ਇਸ ਵੇਲੇ ਕ੍ਰਾਈਸਿਸ ਇਹ ਹੈ ਕਿ ਬਾਦਲਾਂ ਦਾ ਫੇਲ ਕੀਤਾ ਹੋਇਆ ਪੰਥ ਅਸੀਂ ਉਹਨੂੰ ਲਈ ਤੇ ਲਿਆਉਣਾ ਤੇ ਉਹਨੂੰ ਹਰ ਇੱਕ ਲਿਆਉਣਾ ਚਾਹੁੰਦਾ। ਸਿਮਰਨਜੀਤ ਮਾਨ ਨਹੀਂ ਲਿਆ ਸਕਦਾ, ਉਹਨੂੰ ਢੀਂਡਸਾ ਨਹੀਂ ਲਿਆ ਸਕਦਾ, ਉਹਨੂੰ ਰਵਿੰਦਰ ਨਹੀਂ ਲਿਆ ਸਕਦਾ, ਉਹਨੂੰ ਅਮਰਿੰਦਰ ਨਹੀਂ ਲਿਆ ਸਕਦਾ। ਉਹਨੂੰ ਲੋਕਾਂ ਨੇ ਲੈ ਕੇ ਆਉਣਾ। ਇਹ ਚੇਤਨਾ ਲਹਿਰ ਚੱਲਣੀ ਹੈ। ਪਰ ਇਹ ਚੇਤਨਾ ਦਾ ਮਤਲਬ ਇਸ਼ਾਰਾ ਕੀਤਾ ਜਿਹੜਾ ਖਾਨ ਸਾਹਿਬ ਨੇ, ਮੈਂ ਉਹਨਾਂ ਸਹਿਮਤ ਹਾਂ ਵੀ ਇਹ ਅਕਾਲ ਤਖਤ ਵੱਲੋਂ ਚੱਲਣੀ ਚਾਹੀਦੀ ਹੈ, ਇੰਸਟੀਟਿਊਸ਼ਨ ਵੱਲੋਂ ਚੱਲਣੀ ਚਾਹੀਦੀ ਹੈ, ਇਹ ਬੰਦਿਆਂ ਵੱਲੋਂ ਨਹੀਂ ਚੱਲਣੀ ਚਾਹੀਦੀ। ਬੰਦੇ ਇੰਪੋਰਟੈਂਟ ਨਹੀਂ ਰਹੇ। ਮੈਨੂੰ ਇਸ ਸਿਧਾਂਤ ਦੇ ਤੌਰ ਤੇ ਪਤਾ ਹੈ ਕਿ ਬੰਦੇ ਦੀ ਇੰਪੋਰਟੈਂਸ ਜਿਹੜੀ ਹੈ ਜਦੋਂ ਇੱਕ ਸੀਮਾ ਤੋਂ ਅੱਗੇ ਲੰਘਦਾ ਹੈ ਤੇ ਉਹ ਪੰਥ ਦਾ ਨੁਕਸਾਨ ਕਿਵੇਂ ਕਰਦਾ ਹੈ। ਬੰਦੇ ਦੇਖੋ ਇਹ ਜਿਹੜੀ ਸਿਧਾਂਤ ਦੇ ਤੌਰ ਤੇ ਦੋ ਲਫ਼ਜ਼ ਨੇ, ਇੱਕ ਫਾਲੀਬਲ ਹੈ, ਇੱਕ ਇਨਫਾਲੀਬਲ ਹੈ। ਸਿੱਖ ਧਰਮ ਨੇ ਕਿਹਾ ਕਿ ਇਨਫਾਲੀਬਲ ਜਿਹੜਾ ਦੈਟ ਇਜ਼ ਸੁਪਰੀਮ, ਫਾਲੀਬਿਲਿਟੀ ਸੁਪਰੀਮ ਨਹੀਂ ਹੋ ਸਕਦੀ। ਪਰ ਅਕਾਲੀ ਪੋਲਿਟਿਕਸ ਨੇ ਪੰਥ ਵਿੱਚ ਇਹ ਗੱਲ ਇੰਜੈਕਟ ਕਰਨ ਦੀ ਕੋਸ਼ਿਸ਼ ਕੀਤੀ ਕਿ ਫਾਲੀਬਿਲਿਟੀ ਜਿਹੜੀ ਹੈ ਸੁਪਰੀਮ ਹੋ ਸਕਦੀ ਹੈ ਤੇ ਬਾਦਲ ਸਾਹਿਬ ਸੁਪਰੀਮ ਰਹੇ। ਅੱਜ ਹੀ ਯਾਦ ਆਉਂਦਾ ਨਾ ਟੌੜਾ ਕਿ ਇਸ ਹਾਲਾਤ ਵਿੱਚ ਹੁਣ ਉਹੋ ਜਿਹਾ ਬੰਦਾ ਚਾਹੀਦਾ, ਵਿਜ਼ਨਰੀ, ਕਮਿਟਡ, ਕਲੀਅਰ ਹੈਡਡ ਔਰ ਇੱਕ ਮਤਲਬ ਝੂਲ ਜਾਣ ਵਾਲਾ, ਉਹ ਨਹੀਂ ਮਿਲ ਰਿਹਾ। ਹੁਣ ਉਹਦੇ ਵਿੱਚੋਂ ਜਿਹੜੀ ਮਤਲਬ ਮੈਂ ਕੱਲ ਫਿਕਰਾ ਕਹਿ ਰਿਹਾ ਸੀ ਵੀ ਉਹਦੀ ਸਾਰਾ ਕਾਡਰ ਹਾਰ ਗਿਆ। ਹੁਣ ਕਾਡਰ ਵਿੱਚੋਂ ਬੰਦਾ ਨਹੀਂ ਲੱਭ ਰਿਹਾ। ਸੁਖਬੀਰ ਦਾ ਰਿਜ਼ਾਈਨ ਕਰ ਵੀ ਦੇਵੇ ਤੇ ਮੈਂ ਅੱਜ ਕਾਡਰ ਦਾ ਹਾਲ ਇਸ ਵੇਲੇ ਇਹ ਹੈ ਕਿ ਉਹ ਗੁਲਾਮਾਂ ਵਾਂਗੂ ਕਹੇਗਾ ਜੀ ਤੁਹਾਡੇ ਬਿਨਾਂ ਨਹੀਂ ਚੱਲਣਾ। ਉਹੀ ਗੱਲ ਬਿਲਕੁਲ ਰਾਹੁਲ ਗਾਂਧੀ ਵਾਲੀ ਹੋ ਜਾਏਗੀ ਕਿ ਉਹ ਰਿਜ਼ਾਈਨ ਕਰਕੇ ਪਾਸੇ ਹਟ ਜਾਏਗਾ ਤੇ ਉਹ ਮਤਲਬ ਉੱਥੇ ਉਹਨੇ ਜਦ ਕਹਿਣਗੇ ਬਾਦਲ ਸਾਹਿਬ ਤੁਸੀਂ ਸੰਭਾਲ ਲਓ। ਮੈਨੂੰ ਇੱਕ ਸਮਝ ਨਹੀਂ ਆਉਂਦੀ ਕਿ ਮਤਲਬ ਖੁੱਡੀਆਂ ਦਾ ਜਿਹੜਾ ਅਸਰਸ਼ਨ ਹੈ ਉਹ ਸੁਣੋ ਨਾ। ਜਗਦੇਵ ਸਿੰਘ ਖੁੱਡੀਆਂ ਦੀ ਜਦੋਂ ਡੈਥ ਹੋਈ ਸੀ ਉਹ ਮੈਨੂੰ ਉਹ ਧਿਆਨ ਯਾਦ ਹੈ ਜਦੋਂ ਬੇਅੰਤ ਸਿੰਘ ਨੇ ਇਸ ਮੁੰਡੇ ਨੂੰ ਕਿਹਾ ਸੀ ਜਿਹਨੇ ਅੱਜ ਹਰਾਇਆ ਹੈ
ਤੇ ਤੂੰ ਪੈਰਾਂ ਤੇ ਖੜਾ ਹੋ, ਮੈਂ ਬਾਦਲ ਨੂੰ ਹਰਾਉਣਾ, ਤੈਨੂੰ ਮੈਂ ਅੱਗੇ ਲਿਆਉਣਾ। ਤੇ ਉਦੋਂ ਨੇ ਕਿਹਾ ਸੀ ਮੈਂ ਕਾਂਗਰਸ ਨਹੀਂ ਜੁਆਇਨ ਕਰ ਸਕਦਾ। ਮੈਨੂੰ ਉਹ ਪਤਾ ਉਹਨਾਂ ਮੁੰਡਿਆਂ ਦਾ ਸਾਰਿਆਂ ਦਾ, ਮੈਂ ਉਹਦੇ ਵਿੱਚ ਸੀਗਾ। ਚੌੜਾ ਸਾਹਿਬ ਨਾਲ ਗੱਲ ਹੋ ਰਹੀ ਸੀ, ਚੌੜਾ ਸਾਹਿਬ ਉਸ ਗੱਲ ਨਾਲ ਨੇੜੇ ਜਾਣਦੇ ਸੀ। ਹੁਣ ਇਸ ਵੇਲੇ ਹਾਲਤ ਜਿਹੜੀ ਹੈ ਉਹ ਇਹ ਹੋ ਗਈ ਹੈ ਕਿ ਉਸ ਬੰਦੇ ਨੇ ਆਪ ਵਾਲੀ ਤੋਂ ਹਰਾਤਾ, ਤੇ ਹੁਣ ਲਗਾਤਾਰ ਅਲਾਪ ਰਿਹਾ ਕਿ ਮੈਂ ਕੇਜਰੀਵਾਲ ਕਰਕੇ ਹਰਾਇਆ। ਉਹਨੂੰ ਖੁੱਡੀਆਂ ਨੂੰ ਇਹ ਵੀ ਨਹੀਂ ਪਤਾ ਵੀ ਮੈਂਡੇਟ ਭਗਵੰਤ ਮਾਨ ਨੂੰ ਮਿਲਿਆ, ਕੇਜਰੀਵਾਲ ਨੂੰ ਨਹੀਂ ਮਿਲਿਆ। ਇਹ ਕੇਜਰੀਵਾਲ ਨੂੰ ਗੱਲ ਜੇ ਸਮਝ ਨਾ ਆਈ ਤੇ ਇਹ ਪਾਰਟੀ ਵੀ ਮਤਲਬ ਰਵਾਇਤੀ ਪਾਰਟੀ ਬਣ ਜੂਗੀ। ਬਿਲਕੁਲ ਠੀਕ ਹੈ। ਅਸਲ ਇਹ ਹੈ, ਮੈਂ ਇਸ ਕਰਕੇ ਨਹੀਂ ਵੀ ਤੁਸੀਂ ਜੋ ਕਹੋ ਮੈਂ ਫਲਾਣਾ, ਮੇਰੀ ਇੱਕ ਮਤਲਬ ਇੱਕ ਇਸ ਬਜ਼ੁਰਗ ਦੇ ਤੌਰ ਤੇ ਰਾਏ ਹੈ ਕਿ ਭਗਵੰਤ ਮਾਨ ਦੀ ਸਭ ਤੋਂ ਵੱਡਾ ਜਿਹੜਾ ਮਾਮਲਾ ਉਹਦੇ ਸਾਹਮਣੇ, ਉਹ ਕੇਜਰੀਵਾਲ ਤੋਂ ਬਚ ਕੇ ਪੰਜਾਬ ਚਲਾਉਣ ਦਾ, ਪਰ ਕੇਜਰੀਵਾਲ ਨੇ ਪੰਜਾਬ ਚਲਾਉਣ ਦੇਣਾ ਉਹਨੂੰ। ਮੈਂ ਇਸ ਕਰਕੇ ਕਹਿਣਾ ਕਿ ਕੇਜਰੀਵਾਲ ਨੂੰ ਇੱਕ ਮਾਡਲ ਚਾਹੀਦਾ ਹਿੰਦੁਸਤਾਨ ਵਿੱਚ ਬਾਕੀ ਸਟੇਟਸ ਨੂੰ ਵੇਚਣ ਵਾਸਤੇ, ਤੇ ਭਗਵੰਤ ਮਾਨ ਉਹਦੇ ਵਾਸਤੇ ਉਹ ਮਾਡਲ ਬਣ ਗਿਆ। ਉਹਨੇ ਉਹਦੇ ਨਾਲ ਸੰਕੇਤ ਵੀ ਕਰ ਦਿੱਤਾ ਕਿ ਜਿਹੜੀ ਹਨੇਰੀ ਇੱਥੇ ਆਈ ਹੈ ਹੁਣ ਹਿੰਦੁਸਤਾਨ 'ਚ ਆਊਗੀ। ਪਹਿਲਾਂ ਦਿੱਲੀ 'ਚ ਆਈ ਸੀ, ਹੁਣ ਪੰਜਾਬ 'ਚ ਆਈ, ਹੁਣ ਹਿੰਦੁਸਤਾਨ 'ਚ ਆਊਗੀ। ਉਹ ਮਾਡਲ ਦੇ ਤੌਰ ਤੇ ਜੇ ਕੇਜਰੀਵਾਲ ਭਗਵੰਤ ਮਾਨ ਨੂੰ ਸਥਾਪਿਤ ਨਹੀਂ ਕਰਦਾ ਤੇ ਉਹ ਆਪ ਫੇਲ ਹੋ ਜਾਣਗੇ। ਨਹੀਂ, ਕੁਦਰਤੀ ਹੈ। ਦੇਖੋ, ਕੇਜਰੀਵਾਲ ਨੂੰ ਮਿਲਣ ਸਮੇਂ ਭਗਵੰਤ ਮਾਨ ਦੀ ਬਾਡੀ ਲੈਂਗੁਏਜ ਤੇ ਬਾਕੀ ਚੀਜ਼ਾਂ ਨੂੰ ਤੁਸੀਂ ਅੱਖੋਂ ਓਲੇ ਨਹੀਂ ਕਰ ਸਕਦੇ। ਤੁਹਾਨੂੰ ਅਗਲੇ ਦਿਨਾਂ ਦੇ ਵਿੱਚ ਇਹਨਾਂ ਚੀਜ਼ਾਂ ਤੇ ਚਰਚਾ ਕਰਨੀ ਪਊਗੀ। ਬਿਊਰੋਕ੍ਰੇਸੀ ਨੂੰ ਕੌਣ ਚਲਾ ਰਿਹਾ, ਪੰਜਾਬ ਲਈ ਨੀਤੀਆਂ ਕੌਣ ਬਣਾ ਰਿਹਾ, ਪੰਜਾਬ ਦੇ ਲੋਕਾਂ ਦੀਆਂ ਐਸਪੀਰੇਸ਼ਨਸ ਔਰ ਉਹਨਾਂ ਦੀਆਂ ਖਾਹਿਸ਼ਾਂ ਨੂੰ ਕਿਵੇਂ ਜ਼ੁਬਾਨ ਤੇ ਤਰਤੀਬ ਦਿੱਤੀ ਜਾ ਰਹੀ ਹੈ, ਇਹ ਸਾਰੇ ਮਾਮਲਾ ਅੱਗੇ ਜਾ ਕੇ ਅੱਗੇ ਵਧਣਗੇ। ਆਪਾਂ ਉਹਨਾਂ ਤੇ ਗੱਲ ਕਰਦੇ ਰਵਾਂਗੇ। ਮੈਨੂੰ ਲੱਗਦਾ ਪ੍ਰੋਫੈਸਰ ਸਾਹਿਬ ਨੇ ਕਿਤੇ ਦੂਜੇ ਕੈਨੇਡਾ ਦੇ ਕਿਸੇ ਟੀਵੀ ਸ਼ੋਅ ਲਈ ਸ਼ਾਮਲ ਹੋਣਾ, ਤੇ ਪ੍ਰੋਫੈਸਰ ਸਾਹਿਬ ਨੇ ਆਪਣੇ ਗੈਸਟ ਵਿੱਚੇ ਛੱਡੇ ਹੋਏ ਆ। ਮੈਂ 2 ਮਿੰਟ ਗੱਲ ਕਰਨਾ ਚਾਹੁੰਦਾ। ਡਾਕਟਰ ਬਲਕਾਰ ਸਿੰਘ ਦੇ ਵਿਚਾਰਾਂ ਦੇ ਰੈਫਰੈਂਸ ਦੇ ਵਿੱਚ ਕਿ ਜਿਹੜੀ ਪਾਰਟੀ ਬੀਜੇਪੀ ਦੀ ਨਾਲ ਲੱਗੀ ਹੈ ਉਹਦਾ ਨੁਕਸਾਨ ਹੋਇਆ, ਪਰ ਅਕਾਲੀ ਦਲ ਤੇ ਇਹ ਚੀਜ਼ ਐਪਲੀਕੇਬਲ ਨਹੀਂ ਹੁੰਦੀ। ਜੇ 1967 ਤੋਂ ਲੈ ਕੇ ਆਪਾਂ 2017 ਤੱਕ ਦੇਖ ਲਈਏ, ਜਿੰਨੀਆਂ ਸਰਕਾਰਾਂ ਅਕਾਲੀ ਦਲ ਦੀਆਂ ਬਣੀਆਂ ਹੈਗੀਆਂ, ਇੱਕ 85 ਵਾਲੀ ਬਰਨਾਲੇ ਦੀ ਸਰਕਾਰ ਨੂੰ ਛੱਡ ਕੇ, ਸਾਰੀਆਂ ਬੀਜੇਪੀ ਦੇ ਸਮਰਥਨ ਨਾਲ ਮਿਲੀਆਂ। ਔਰ ਉਸੇ ਮੈਂਡੇਟ ਦੇ ਹਵਾਲੇ ਨਾਲ, ਦੂਜੇ ਹਵਾਲੇ ਨਾਲ ਨਹੀਂ ਕਹਿ ਰਿਹਾ। ਇੱਕ ਮਿੰਟ ਸਰ ਸੁਣ ਲਓ, ਇੱਕ ਮਿੰਟ ਸਰ। ਔਰ ਉਸੇ ਗਰੁੱਪ ਦੀ ਚੜ੍ਹਤ ਹੋਈ ਹੈ ਜਿਹੜਾ ਸੈਂਟਰਲ ਪਾਰਟੀ ਦੇ ਨਾਲ ਲੱਗਿਆ। ਹੁਣ ਜਿਵੇਂ 96 ਦੀ ਆਪਾਂ ਗੱਲ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਚਾਹੇ ਬੀਐਸਪੀ ਦੇ ਨਾਲ ਮਿਲ ਕੇ ਇਲੈਕਸ਼ਨ ਲੜੀ ਲੋਕ ਸਭਾ ਦੀ, ਪਰ 97 ਦੇ ਵਿੱਚ ਜਿਹੜੀ ਹੈਗੀ ਉਹ ਬੀਜੇਪੀ ਨਾਲ ਮਿਲ ਕੇ ਇਲੈਕਸ਼ਨ ਲੜ ਲਈ। ਸੀਟਾਂ ਕਿੰਨੀਆਂ ਆਈਆਂ? 93। ਅੱਜ ਆਪ ਨੂੰ ਤਾਂ ਜਿਹੜੀਆਂ 92 ਆਈਆਂ ਨੇ, ਉਸ ਟਾਈਮ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੇ ਅਲਾਇੰਸ ਨੂੰ 93 ਆਈਆਂ ਸੀ। 75 ਸੀ ਅਕਾਲੀ ਦਲ ਦੀਆਂ, 18 ਸੀ ਇਹਨਾਂ ਦੀਆਂ। ਦੂਸਰੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਏਸੀ ਹਾਰ ਤੋਂ ਬਾਅਦ ਕਿਹੜਾ ਗਰੁੱਪ ਸ਼੍ਰੋਮਣੀ ਅਕਾਲੀ ਦਲ ਨਾਲ ਲੱਗੇਗਾ? ਬਾਦਲ ਅਕਾਲੀ ਦਲ ਨਾਲ ਤਾਂ ਨਾ ਲੱਗਣ ਜੇ ਉਹ ਜਿੱਤੇ ਹੋਣ। ਉਹ ਕਿਹੜਾ ਜਿੱਤੇ ਨਾ, ਉਹਨਾਂ ਦਾ ਤਾਂ ਬਾਦਲ ਅਕਾਲੀ ਦਲ ਤੋਂ ਵੀ ਮਾੜਾ ਹਾਲ ਹੋਇਆ। ਇੱਕ ਸੀਟ ਵੀ ਨਹੀਂ ਆਈ ਕਿਸੇ ਨੂੰ। ਤੇ ਖੁਆਰ ਹੋਏ ਸਭ ਮਿਲेंगे, ਤੇ ਖੁਆਰ ਤਾਂ ਹੋ ਗਏ, ਹੁਣ ਤਾਂ ਮਿਲ ਲੈਣ। ਖੁਆਰ ਹੋ ਕੇ ਤਾਂ ਮਿਲ ਹੀ ਸਕਦਾ ਇੰਨਾ, ਚਲੋ ਚੜ੍ਹਤ ਚ ਨਾ ਮਿਲਣ। ਤੇ ਜੇ ਤੁਸੀਂ ਬੀਜੇਪੀ ਨਾਲ ਲੈ ਕੇ ਅਲਾਇੰਸ ਕਰਨਾ ਹੈ, ਤੁਸੀਂ ਇੰਨਾ ਧਿਆਨ ਦੇ ਵਿੱਚ ਰੱਖੋ ਕਿ ਸਰੈਂਡਰ ਨਹੀਂ ਕਰਨਾ ਚਾਹੀਦਾ ਕਿਸੇ ਰੀਜਨਲ ਪਾਰਟੀ ਨੂੰ। ਆਪਣੀ ਗੱਲ ਜੁਰਤ ਨਾਲ ਕਹਿਣੀ ਚਾਹੀਦੀ ਹੈ। ਚਾਹੇ ਤੁਸੀਂ ਮਿਨਿਸਟਰੀ ਲੈ ਲਈ, ਤੁਸੀਂ ਕੋਈ ਖਰਾਤ ਚ ਥੋੜੀ ਲਿੱਤੀ ਹੈ। ਤੁਸੀਂ ਸੀਨੀਅਰ ਭਾਈਵਾਲ ਹੋ ਪੰਜਾਬ ਦੇ ਵਿੱਚ, ਤੁਸੀਂ ਅਸਰਟ ਕਰੋ, ਤੁਸੀਂ ਹਿੰਮਤ ਨਾਲ ਗੱਲ ਕਹੋ। ਪੰਜਾਬੀ ਚ ਕਹਿੰਦੇ ਨਾ ਕਿ ਤੁਹਾਨੂੰ ਕੋਈ ਮੂੰਹ ਚ ਥੋੜੀ ਪਾਉਂਦਾ। ਤੇ ਜਿਹੜੀ ਅਸਰਸ਼ਨ ਹੈ ਉਹ ਖਤਮ ਹੋ ਗਈ ਅਕਾਲੀ ਦਲ ਦੀ। ਔਰ ਹੁਣ ਵੀ ਸਾਨੂੰ ਪਤਾ ਹੈ ਕਿ ਚਾਹੇ ਅਕਾਲੀ ਦਲ ਦੀ ਜੋ ਮਰਜ਼ੀ ਪਰਫਾਰਮੈਂਸ ਹੈ, ਪਰ ਸੁਖਬੀਰ ਸਿੰਘ ਬਾਦਲ ਨੇ ਕੋਈ ਕਸਰ ਨਹੀਂ ਛੱਡੀ। ਜਿੰਨੀ ਇੰਟੈਂਸਿਵ ਕੰਪੇਨਿੰਗ, ਜਿੰਨੀ ਮਿਹਨਤ ਸੁਖਬੀਰ ਬਾਦਲ ਨੇ ਕੀਤੀ ਇਹਨਾਂ ਇਲੈਕਸ਼ਨ ਦੇ ਵਿੱਚ, ਸ਼ਾਇਦ ਕਿਸੇ ਹੋਰ ਲੀਡਰ ਨੇ ਨਹੀਂ ਕੀਤੀ। ਮੈਂ ਇਹ ਨਹੀਂ ਕਹਿੰਦਾ ਕਿ ਸੁਖਬੀਰ ਬਾਦਲ ਨੂੰ ਪ੍ਰੈਜ਼ੀਡੈਂਟ ਰਹਿਣ ਦਿਓ ਅਕਾਲੀ ਦਲ ਦਾ,
ਕੋਈ ਨਾ ਕੋਈ ਫਾਰਮੂਲਾ ਵਰਕਆਊਟ ਹੋ ਸਕਦਾ ਹੈ। ਪੰਥਕ ਯੂਨਿਟੀ ਇਸ ਸਟੇਜ ਤੇ ਬਹੁਤ ਜ਼ਰੂਰੀ ਹੈ। ਚਾਹੇ ਤੁਸੀਂ ਬੀਜੇਪੀ ਨਾਲ ਅਲਾਈਅੰਸ ਰੱਖੋ ਜਾਂ ਨਾ ਰੱਖੋ, ਇਹ ਦੂਸਰੀ ਗੱਲ ਹੈ, ਲੇਕਿਨ ਘੱਟੋ ਘੱਟ ਜਿਹੜੇ ਅਕਾਲੀ ਦਲ ਦੇ ਅਲੱਗ-ਅਲੱਗ ਗਰੁੱਪ ਹੈਗੇ, ਔਰ ਇਸ ਚੀਜ਼ ਨਾਲ ਡਾਕਟਰ ਬਲਕਾਰ ਸਿੰਘ ਵੀ ਸਹਿਮਤ ਹੈਗੇ ਕਿ ਹੁਣ ਉਹ ਸਟੇਜ ਆ ਗਈ ਕਿ ਇਹਨਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ। ਮੇਰੀ ਇੰਨੀ ਕੁ ਗੱਲ ਬਿਲਕੁਲ ਠੀਕ ਹੈ। ਮੈਨੂੰ ਜੀ ਜੇ ਮੌਕਾ ਟਾਈਮ ਤੇ ਠੀਕ ਹੈ, ਨਹੀਂ ਤੇ ਮੈਂ 1 ਮਿੰਟ ਕਹਿਣਾ ਚਾਹੁੰਦਾ ਸੀਗਾ। ਮੈਂ ਨਾ ਇੱਕ ਗੱਲ ਕਹਿਣੀ ਚਾਹੁੰਦਾ ਖਾਨ ਸਾਹਿਬ ਦੀ, ਉਸ ਤੋਂ ਬਾਅਦ ਤੁਸੀਂ ਕਹਿ ਲਿਓ। ਮੈਂ ਨਾ ਦੂਰਦਰਸ਼ਨ ਬਹੁਤ ਚਿਰ ਕੰਮ ਕੀਤਾ, ਔਰ ਮਨੋਹਰ ਭਾਰਤ ਅੱਜ ਕੱਲ ਉਹ ਕੈਨੇਡਾ ਦੇ ਵਿੱਚ ਨੇ। ਉਹਨਾਂ ਦਾ ਮੈਨੂੰ ਇੱਕ ਦਿਨ ਫੋਨ ਆਇਆ, ਉਹਨਾਂ ਪੁਰਾਣੇ ਦਿਨਾਂ ਦੀ ਗੱਲ ਆ। ਮੈਨੂੰ ਕਹਿੰਦੇ ਕੀ ਕਰਦਾ? ਮੈਂ ਕਿਹਾ ਜੀ ਮੈਂ ਟਰਾਲੀ ਕਣਕ ਦੀ ਲਈ ਜਾਂਦਾ ਹੈ ਮੰਡੀ ਨੂੰ। ਤੇ ਮੈਂ ਤਾਂ ਬੜੇ ਮਾਣ ਨਾਲ ਦੱਸਿਆ ਵੀ ਮੈਂ ਕੰਮ ਕਰਨ ਡਿਆ। ਉਹ ਮੈਨੂੰ ਕਹਿੰਦੇ ਵੀ ਇੱਥੋਂ ਤੈਨੂੰ 3000 ਰੁਪਇਆ ਮਿਲਣਾ ਸੀ ਤੇ 4000 ਸੀ ਉਹਨਾਂ ਦਿਨਾਂ 'ਚ ਸ਼ੋਅ ਕਰਨ ਦਾ, ਤੇ ਤੂੰ 200 ਰੁਪਏ ਦਾ ਕੰਮ ਜਿਹੜਾ ਉਹ ਕਿਸੇ ਬੰਦੇ ਤੋਂ ਨਹੀਂ ਕਰਾ ਸਕਦਾ ਸੀ। ਉਹ ਜਿਹੜਾ ਸਮਾਰਟ ਵਰਕ ਹੈ ਤੇ ਜਿਹੜਾ ਦੂਜਾ, ਉਹ ਤਾਂ ਮੈਨੂੰ ਸਮਝ ਆਈ ਉਦੋਂ ਕਿ ਬੰਦੇ ਦੀ ਆਪਣੀ ਜਿਹੜੀ, ਹੁਣ ਸੁਖਬੀਰ ਸਿੰਘ ਬਾਦਲ ਨੇ ਜਿਸ ਤਰ੍ਹਾਂ ਦਾ ਕੰਮ 5 ਸਾਲ ਦੇ ਵਿੱਚ ਬਹੁਤ ਸਮਾਰਟ ਫੈਸਲੇ ਲੈ ਕੇ ਅਕਾਲੀ ਦਲ ਦੀਆਂ ਰਹੁ ਰੀਤਾਂ ਅਨੁਸਾਰ ਕਰਨਾ ਸੀ, ਉਹਦੀ ਬਜਾਏ ਉਹ ਕਾਰਪੋਰੇਟ ਵਾਂਗ 12 ਦੀ ਜਿੱਤ ਨੂੰ ਦਰਾਉਣਾ ਚਾਹ ਰਹੇ ਸੀਗੇ, ਜੁਗਾੜ ਕਰਕੇ ਸਾਰੇ ਟੀਵੀ ਚੈਨਲਸ ਨੂੰ ਜੇਬ ਚ ਪਾ ਕੇ ਇਸ਼ਤਿਹਾਰਾਂ ਨਾਲ। ਗੱਲ ਇਸ਼ਤਿਹਾਰਾਂ ਨਾਲ ਨਹੀਂ, ਲੋਕ ਮਨਾਂ ਚ ਵਸਦੇ ਹੁੰਦੇ ਲੀਡਰ, ਲੋਕ ਮਨਾਂ ਚ ਹੀ ਵਸਣ ਵਾਲੇ ਪ੍ਰਵਾਨ ਚੜ੍ਹਦੇ ਆ। ਅਕਾਲੀ ਲੋਕ ਮਨਾਂ ਚੋਂ ਹੀ ਆਉਂਦੇ ਸੀ, ਮੋਢੇ ਤੇ ਪਰਨਾ। ਉਹ ਵੱਡਾ ਮਸਲਾ ਨਹੀਂ ਸੀ ਹੁੰਦਾ। ਉਹ ਕਹਾਣੀਆਂ, ਕਿਸੇ ਕਹਾਣੀਆਂ ਪ੍ਰੋਫੈਸਰ ਸਾਹਿਬ ਤੇ ਤੁਸੀਂ ਤੇ ਹੰਡਾਈਆਂ ਨੇ, ਅਸੀਂ ਤੇ ਉਹਨਾਂ ਨੂੰ ਤੁਹਾਡੇ ਕੋਲ ਸੁਣ ਕੇ ਆਨੰਦ ਲੈ ਲੈਂਦੇ ਆ। ਹੁਣ ਕਹੋ ਪ੍ਰੋਫੈਸਰ ਬਲਕਾਰ ਸਿੰਘ, ਕੀ ਕਹਿਣਾ ਚਾਹੁੰਦੇ ਹੋ? ਨਹੀਂ, ਮੈਂ ਬਹੁਤ ਲੰਬਾ ਚੌੜਾ ਨਹੀਂ ਕਹਿਣਾ ਚਾਹੁੰਦਾ। ਮੈਂ ਇਹ ਕਹਿਣਾ ਤੇ ਇੰਨਾ ਹੀ ਚਾਹੁੰਦਾ ਸੀ ਕਿ ਪੰਜਾਬ ਦੀ ਭੂਮਿਕਾ ਜਿਹੜੀ ਹੈ ਨਾ, ਭਾਵੇਂ ਆਪ ਜਿੱਤ ਜਾਏ ਤੇ ਭਾਵੇਂ ਅਕਾਲੀ ਹਾਰ ਜਾਣ, ਪੰਜਾਬ ਦੀ ਭੂਮਿਕਾ ਨੈਸ਼ਨਲ ਪਰਸਪੈਕਟਿਵ 'ਚ ਰਹਿਣੀ ਹੈ। ਜਦੋਂ ਲੜਾਈਆਂ ਹੋਣੀਆਂ ਨੇ, ਪੰਜਾਬ ਨੇ ਅੱਗੇ ਹੋ ਕੇ ਲੜਨੀਆਂ ਨੇ। ਕਿਸਾਨੀ ਵੇਲੇ ਲੜ ਲਈ ਉਹਨੇ ਤੇ ਅੱਗੋਂ ਵੀ ਲੜਨੀਆਂ ਨੇ। ਪੰਜਾਬ ਰਿਸਪੌਂਸਿਵ ਹੈ ਹਰ ਇੱਕ ਚੀਜ਼ ਨੂੰ। ਤੇ ਮਤਲਬ ਇੱਥੇ ਦੇ ਦਇਆਨੰਦ ਨੂੰ ਰਿਸਪੌਂਸ ਕੀਤਾ। ਤੁਸੀਂ ਦੇਖੋ ਜੋ ਪਾਕਿਸਤਾਨ ਬਣਿਆ ਹੈ, ਪਾਕਿਸਤਾਨ ਨੇ ਹੁਣ ਮਤਲਬ ਗੁਜਰਾਤ ਦੇ ਜਿਨ੍ਹਾਂ ਨੇ ਆਣ ਕੇ ਇੱਥੇ ਬਣਾ ਲਿਆ। ਪੰਜਾਬੀਆਂ ਨੇ 100% ਮੁਸਲਮਾਨਾਂ ਨੇ ਉਹਦੇ ਨਾਲ ਉਹਦਾ ਸਪੋਰਟ ਦਿੱਤਾ। ਮਤਲਬ ਪੰਜਾਬ ਜਿਹੜਾ ਹੈ ਉਹ ਤੇ ਨਵੇਂ ਆਈਡੀਆ ਨੂੰ ਭੱਜ ਕੇ ਲੈਂਦਾ ਹੈ। ਕੇਜਰੀਵਾਲ ਨੂੰ ਇਹਦਾ ਫਾਇਦਾ ਹੋ ਗਿਆ, ਉਹਦੀ ਪਾਰਟੀ ਨੂੰ ਆਪ ਨੂੰ ਫਾਇਦਾ ਹੋ ਗਿਆ। ਮੈਨੂੰ ਤੇ ਹੈਰਾਨਗੀ ਇਹ ਹੋਈ ਕਿ ਮੈਨੂੰ ਇੱਕ ਬੰਦਾ ਦੱਸ ਰਿਹਾ ਹੈ ਕਿ ਇੱਕ ਬੰਦਾ ਕਹਿੰਦਾ ਵੋਟ ਪਾਉਣੀ ਹੈ ਝਾੜੂ ਨੂੰ, ਤੋਂ ਉਹਨੇ ਕਿਹਾ ਕੌਣ ਖੜਾ, ਕਹਿੰਦਾ ਇਹ ਨਹੀਂ ਪਤਾ। ਜਦੋਂ ਸਵੀਪ ਹੁੰਦੀ ਹੈ ਐ ਹੁੰਦੀ ਹੈ। ਇਸ ਕਰਕੇ ਪ੍ਰੋਫੈਸਰ ਸਾਹਿਬ ਇਹਦੇ 'ਚ ਇੱਕ ਗੱਲ ਜੋੜ ਲਓ। ਇਹ ਗੱਲ ਪੰਜਾਬੀਆਂ ਨੂੰ ਕੇਜਰੀਵਾਲ ਵੀ ਦੱਸਣਾ ਨਹੀਂ ਭੁੱਲੇ। ਦਿੱਲੀ ਦੇ ਆਪਣੇ ਹੈੱਡਕੁਆਟਰ ਤੋਂ ਉਹਨਾਂ ਨੇ ਸਪੀਚ 'ਚ ਇਹ ਗੱਲ ਕਿਹਾ ਸੀ ਕਿ ਤੁਸੀਂ ਜਾਣਦੇ ਹੋ ਜਿਹਨੇ ਚਰਨਜੀਤ ਸਿੰਘ ਚੰਨੀ ਨੂੰ ਭਦੌੜ ਤੋਂ ਹਰਾਇਆ, ਉੱਬੋ ਕਿ ਉਹ ਕੌਣ ਹੈ? ਦੇਖੋ, ਉਹਨੇ ਜੀਵਨ ਜੋਤ ਕੌਰ ਦਾ ਜ਼ਿਕਰ ਕੀਤਾ ਕਿ ਜਿਹਨੇ ਮਜੀਠੀਆ ਤੇ ਸਿੱਧੂ ਮੂਧੇ ਮਾਰਤੇ, ਉਹ ਕੌਣ ਹੈ? ਉਹਦਾ ਮਤਲਬ ਸਾਫ਼ ਸੀ ਕੇਜਰੀਵਾਲ ਦਾ ਕਿ ਵੋਟ ਮੈਨੂੰ ਪਈ ਆ, ਵੋਟ ਜਿਹੜੀ ਆ ਉਹ ਆਮ ਆਦਮੀ ਨੂੰ ਪਈ ਆ, ਬੰਦਿਆਂ ਨੂੰ ਨਹੀਂ ਪਈ। ਇੱਥੇ ਛੋਟੇ ਬੰਦਿਆਂ ਨੇ ਜਿਹੜੇ ਹਰਾਤੇ। ਭਦੌੜ ਵਾਲਾ ਆਮ ਆਦਮੀ ਜਿਹੜਾ ਕੇਜਰੀਵਾਲ ਕਿਵੇਂ ਹੋ ਗਿਆ? ਉਹ ਤੇ ਇਹ ਠੀਕ ਹੈ ਕਿ ਪਲੇਟਫਾਰਮ ਹੈਗਾ ਯਾਰ, ਚਲੋ ਤੁਹਾਡੀ ਗੱਲ ਮੰਨ ਲੈਂਦੇ ਆ ਕਿਉਂਕਿ ਤੁਹਾਡਾ ਤਜਰਬਾ ਮੇਰੇ ਨਾਲੋਂ ਜ਼ਿਆਦਾ ਹੈ। ਪਰ ਮੈਂ ਸੈਂਟੀਮੈਂਟਸ ਆ, ਮੇਰੀ ਇੱਕ ਕਮਿਟਮੈਂਟ ਹੈ। ਮੈਂ ਮਤਲਬ ਇੱਕ ਫੇਥ ਵਾਲਾ ਆਦਮੀ ਆ ਤੇ ਮੈਨੂੰ ਐਂ ਲੱਗਦਾ ਹੈ ਵੀ ਜੋ ਹੋਇਆ ਬਹੁਤ ਮਾੜਾ ਹੋਇਆ ਹੈ, ਤੇ ਜੋ ਇਹਦਾ ਜਿਤਨਾ ਆਪਦਾ ਇਹ ਚੰਗਾ ਹੋ ਗਿਆ, ਉਹਨਾਂ ਨੂੰ ਚੰਗਾ ਰੱਖਣਾ ਉਹਨਾਂ ਵਾਸਤੇ ਪ੍ਰੋਬਲਮ ਹੈ। ਦੇਖੋ, ਕੇਜਰੀਵਾਲ ਸਾਹਿਬ ਨੇ ਜਿਹਨੂੰ ਵੀ ਖੜਾ ਕਰਤਾ ਉਹ ਜਿੱਤ ਗਿਆ। ਜਿਹੜੇ ਆਪਣੀਆਂ ਸੀਟਾਂ ਬਚਾਉਣ ਚ ਕਾਮਯਾਬ ਹੋਏ ਆ, ਉਹਨਾਂ ਨੇ ਡਬਲ ਮਿਹਨਤ ਦੂਜਿਆਂ ਨਾਲੋਂ ਕੀਤੀ ਹੋਊਗੀ ਤੇ ਬਚ ਗਏ ਨੇ, ਇਹ ਤਾਂ ਮੰਨਣਾ ਪਊ। ਅਦਰਵਾਈਜ਼ ਜੋ ਵਾਪਰਿਆ, ਪੰਜਾਬ ਦੇ ਲੋਕਾਂ ਨੇ ਇੱਕ ਸਾਰ ਤੇ ਇੱਕ ਵਾਢਿਓਂ ਫੈਸਲਾ ਦਿੱਤਾ ਹੈ ਤੇ ਫੈਸਲਾ ਕੁਨ ਫੈਸਲਾ ਦਿੱਤਾ ਹੈ। ਇਹ ਕੋਈ ਦੁਬਿਧਾ ਨਹੀਂ ਰੱਖੀ, ਕੋਈ ਦੁਚਿੱਤੀ ਨਹੀਂ ਕਿਸੇ ਨੇ ਪਾਲੀ। ਭਾਵੇਂ ਜਿੰਨੇ ਜੁਗਾੜ ਹੋਏ, ਜੋ ਵੀ ਹੋਇਆ, ਉਹਨਾਂ ਦੇ ਸਭ ਦੇ ਸਾਹਮਣੇ ਉਹ ਸਭ ਜੁਗਾੜਬੰਦੀਆਂ ਨਕਾਰਤੀਆਂ ਗਈਆਂ ਨੇ। ਔਰ ਇਹ ਕਿੱਦਾਂ ਲੋਕ ਮਨ ਏਦਾਂ ਸਾਰੀਆਂ ਚੀਜ਼ਾਂ ਇਕੱਠੀਆਂ ਕਰ ਲੈਂਦਾ, ਮੇਰੇ ਲਈ ਤਾਂ ਇਹ ਸਮਝਣ ਦਾ, ਲੋਕ ਸਾਈਕੀ ਨੂੰ ਸਮਝਣ ਦਾ ਇੱਕ ਵੱਖਰਾ ਸਬਬ ਹੋਊਗਾ। ਜੇ ਕੋਈ ਯੂਨੀਵਰਸਿਟੀਆਂ 'ਚ ਖੋਜ ਕਰੇ, ਇੱਕ ਦੂਜੇ ਨਾਲ ਦਿਲ ਨਹੀਂ ਸੀ ਮਿਲਦੇ, ਇੱਕ ਦੂਜੇ ਨਾਲ ਜਾਤ ਧਰਮ ਨਹੀਂ ਸੀ ਮਿਲਦੇ, ਇੱਕ ਦੂਜੇ ਨਾਲ ਤੁਹਾਡੀ ਰਹਿਣ ਸਹਿਣ ਨਹੀਂ ਸੀ ਮਿਲਦੇ, ਕੋਈ ਅਮੀਰ ਗਰੀਬ ਮਡਿਓਕਰ ਸਾਰਾ ਕੁਝ। ਲੇਕਿਨ ਜਦੋਂ ਪਏ ਨੇ, ਉਹ ਇੱਕੋ ਪਾਸਿਓਂ ਪਏ ਤੇ ਇੱਕ ਵਾਢਿਓਂ ਪਏ ਨੇ, ਕੋਈ ਵੀ ਸਮਝ ਨਹੀਂ ਸਕਿਆ। ਤੇ ਜੇ ਨਹੀਂ ਸਮਝ ਸਕਿਆ ਤੇ ਲੋਕ ਸਾਈਕੀ ਕਿਵੇਂ ਕੰਮ ਕਰਦੀ ਆ, ਇਹਦੇ ਤੇ ਤੁਹਾਨੂੰ ਰਿਸਰਚ ਕਰਨ ਦੀ ਪ੍ਰੋਫੈਸਰ ਸਾਹਿਬ ਲੋੜ ਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ। ਸਤਿ ਸ਼੍ਰੀ ਅਕਾਲ।